पुन बचन सुना पायो मोम दिल सोए आगे श्री गुर की तबै बोलियो आज होए। वाहिगुरु जी का खालसा वाहिगुरु जी की फतेह। आप जी बड़भागे हो जो 8वें पातशाह बाला प्रीतम सतगुरु जिस डिठै सब दुख जाए इन्हां अजमतां वडियाइयां दे मालक गुरु हरकृष्ण साहब महाराज जी दे पवित्र चरण छोह प्राप्त इतिहासक अस्थान गुरुद्वारा बंगला साहब जी की यात्रा करदे हां। जुगो जुग अटल छतर चवर तखत दे मालक धन 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 श्री गुरु ग्रंथ साहिब पातशाह महाराज जी दे हजूर मनुखा जीवन दियां घड़ियां नूं सफला कर रहे हो। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां एकागर करो। रसना पवित्र कर दे एक बार सारे उच्चारण करो जी सतनाम वाहिगुरु जी। ये इतिहास पहले पातशाह जौहर पीर जगत गुरु कल तारन आए श्री गुरु नानक देव महाराज जी का है प्रसंग है। सतगुरु जी जगत जुलंदे दा उदार करदे आ जिन्हों रोम वलायत देश कहते ने उत्थे गए ने। इथों दा बादशाह कारू बादशाह है। इस दे वड्डे भरा दा नाम हारून सी। ये ऐसा जुलमी राजा होया है कारू कि इन्हें पूरे अपने देश विचों अपनी प्रजा दे कोलों धन खो लिया सी, खसोट लिया सी। और ये कल दी कथा विच आपां सुनिया है कि 40 गंज खजाना इहदे भरा हारून कोले सी जिसदी मौत हो चुकी है। और गुरु जी ने उसका हवाला दे के भी इसनूं कहा कि वेख राजा तेरो बड़ो भरात जो भया 40 गंज सांझ तज मूआ। उन्हें 40 गंज धन इकट्ठा किया मर गया। ताके संग न गई अगारी तेह ते तै संची अत भारी। वो 40 गज विचों कुछ माया अपने नाल लैके नहीं गया, सारी इत्थे रह गई। उहदे मरण तो बाद तू होर अत कर दिती।
ਤੂੰ 45 ਗੰਜ ਇਕੱਠੀ ਕਰ ਲਈ। ਜੇ ਇਹ ਮਾਇਆ ਤੇਰੇ ਭਰਾ ਦੇ ਨਾਲ ਨਹੀਂ ਗਈ ਤੇ ਇਹ ਤੇਰੇ ਨਾਲ ਕਿਵੇਂ ਜਾ ਸਕਦੀ ਹੈ? ਇਹ ਕਿਵੇਂ ਹੋ ਸਕਦਾ ਹੈ? ਇਹ ਚੇਤਾ ਰੱਖੀ ਕਿ ਜਦੋਂ ਤੂੰ ਮਰੇਗਾ, ਜਬ ਤਨ ਤੈ ਹਵੈ ਪ੍ਰਾਣ ਨਿਆਰੋ, ਪੂਰਬ ਨਰ ਲੈ ਦਰਬ ਸਮਾਰੋ। ਜਦੋਂ ਤੂੰ ਮਰੇਗਾ ਤੇ ਲੋਕ ਤੈਨੂੰ ਸਾੜਨ ਫੂਕਣਗੇ ਨਹੀਂ, ਤੈਨੂੰ ਕਬਰ ਵਿੱਚ ਪਹਿਲਾਂ ਨਹੀਂ ਦਫਨਾਉਣਗੇ, ਪਹਿਲਾਂ ਧਨ ਸੰਭਾਲਣਗੇ ਤੇ ਵਿਹਲੇ ਹੋ ਕੇ ਫਿਰ ਤੈਨੂੰ ਜਾ ਕੇ ਦਫਨਾਉਣਗੇ। ਦਫਨ ਕਰੈ ਤੁਝ ਕੋ ਪਛਾਤੀ, ਹਿਰਦੇ ਵਿਚਾਰ ਲੇਹੋ ਭਲ ਭਾਂਤੀ। ਇਹ ਆਪਣੇ ਮਨ ਵਿੱਚ ਭਲੀ ਪ੍ਰਕਾਰ ਸਮਝ ਲੈ ਕਿ ਪਹਿਲਾਂ ਜਿਹੜਾ ਧਨ ਤੂੰ ਲੋਕਾਂ ਤੋਂ ਇਕੱਠਾ ਕੀਤਾ, ਉਹ ਖਜ਼ਾਨਾ ਲੋਕ ਤੇਰਾ ਲੁੱਟ ਲੈਣਗੇ, ਫਿਰ ਵਿਹਲੇ ਹੋ ਕੇ ਫਿਰ ਤੈਨੂੰ ਕਬਰ ਪੁੱਟ ਕੇ ਦਫਨਾ ਦੇਣਗੇ। ਕਾਰੂ ਬਾਦਸ਼ਾਹ ਜਿਹੜਾ ਸੀ ਉਹ ਸੱਚ ਸੁਣਦਾ ਹੈ, ਫਿਰ ਉਹਦਾ ਥੋੜਾ ਜਿਹਾ ਸਿਰ ਹਲੂਣਿਆ ਜਾਂਦਾ ਹੈ, ਫਿਰ ਉਹ ਗੁਰੂ ਜੀ ਦੇ ਚਰਨਾਂ ਵਿੱਚ ਬੇਨਤੀਆਂ ਕਰਦਾ ਹੈ। ਇੱਥੋਂ ਤੱਕ ਆਪਾਂ ਨੇ ਕੱਲ ਕਥਾ ਸੁਣੀ ਸੀ। ਗੁਰੂ ਜੀ ਕਹਿੰਦੇ ਸਨ ਕਿ ਮਾਨ ਬਚਨ ਜ਼ੁਲਮੀ ਪਰ ਹਰੀਏ, ਜੇ ਨ ਮਾਨੋ ਦੋਜਕ ਭਰੀਏ, ਕਈ ਕੋਸ ਅਗਨੀ ਕੇ ਮਾਹੀ, ਜੈ ਖੈਂਚਿਤ ਜਮਦੂਤ ਫਿਰਾਈ। ਕੀ ਤੂੰ ਜਿਹੜੀ ਦੋਜਕ ਦੀ ਅੱਗ ਹੈ ਉਹਦੇ ਤੋਂ ਬਚਣਾ ਚਾਹੁੰਦਾ ਹੈ? ਤੇ ਕੱਲ ਇੱਥੇ ਕਥਾ ਸਮਾਪਤ ਹੋਈ ਸੀ। ਮੈਂ ਬੇਨਤੀ ਕਰ ਰਿਹਾ ਸੀ, ਤੁਸੀਂ ਵੀ ਬੋਲ ਦਿੰਦੇ ਹੋ, ਮੈਂ ਵੀ ਬੋਲ ਦਿੰਦਾ ਕਿ ਦੋਜਕ ਦੀ ਅਗਨੀ ਹੈ, ਪਰ ਮੰਨਿਆ ਇਹ ਜਾਂਦਾ ਹੈ ਕਿਉਂਕਿ ਹੈ ਤੇ ਸਾਰਾ ਕੁਝ ਮਿਥਿਆਸ ਹੈ, ਵੇਖੀ ਤਾਂ ਕਿਸੇ ਨਹੀਂ, ਤੇ ਕੋਈ ਵਾਪਸ ਆ ਕੇ ਮੁੜ ਕੇ ਦੱਸ ਕੇ ਵੀ ਨਹੀਂ ਗਿਆ। ਤਾਂ ਇੱਕ ਮਨੌਤ ਹੈ ਕਿ ਇਹ ਜਿਹੜੀ ਦੋਜਕ ਦੀ ਅਗਨੀ ਹੈ ਇਹ ਕਈ ਮੀਲ ਲੰਬੀ ਹੈ, ਕਈ ਕੋਸ, ਤੇ ਉਸ ਅੱਗ ਦੇ ਵਿੱਚੋਂ ਦੀ ਪਾਪੀ ਆਦਮੀ ਨੂੰ ਲੰਘਾਇਆ ਜਾਂਦਾ ਹੈ। ਹੁਣ ਤੁਸੀਂ ਸੋਚ ਸਕਦੇ ਹੋ, ਘਰ ਅੱਗ ਲੱਗ ਜਾਏ, ਇੱਕ ਦਰਵਾਜ਼ੇ ਚੋਂ ਲੰਘਣਾ ਔਖਾ ਹੁੰਦਾ, ਕਾਰ 'ਚ ਅੱਗ ਲੱਗ ਜਾਏ ਤੇ ਤੁਸੀਂ ਵੇਖੋ ਕਾਰ ਦੀ ਬਾਰੀ ਖੋਲਦਿਆਂ ਅੱਧਾ ਬੰਦਾ ਸੜ ਜਾਂਦਾ। ਤੇ ਜਿੱਥੇ ਕਈ ਮੀਲ ਤੁਹਾਨੂੰ ਖਿੱਚ ਕੇ ਧੂ ਕੇ ਲੈ ਕੇ ਜਾਇਆ ਜਾਏਗਾ, ਸਤਿਗੁਰੂ ਕਹਿੰਦੇ ਇਸ ਅੱਗ ਤੋਂ ਬਚਣਾ ਹੀ। ਇੱਥੋਂ ਤੱਕ ਜਦੋਂ ਸਤਿਗੁਰੂ ਜੀ ਨੇ ਬਚਨ ਆਖੇ ਨੇ, ਹਾਂਜੀ, ਦਰਸ਼ਨ ਕਰ ਪੁਨ ਬਚਨ ਸੁਨ, ਭਇਓ ਮੋਮ ਦਿਲ ਸੋਏ। ਗੁਰੂ ਦੇ ਦਰਸ਼ਨਾਂ ਦਾ ਮਹਾਤਮ ਤੇ ਗੁਰੂ ਦੀ ਬਾਣੀ ਦਾ ਪ੍ਰਤਾਪ, ਇਹਦਾ ਕੋਈ ਐਸਾ ਪੁੰਨ ਫਲ ਇਹਦੀ ਆਤਮਾ ਨੂੰ ਮਿਲਿਆ ਕਿ ਉਹ ਜਿਹੜਾ ਕਾਰੂ ਬਾਦਸ਼ਾਹ ਪੱਥਰ ਸੀ ਨਾ, ਦਰਵਦਾ ਹੀ ਨਹੀਂ ਸੀ। ਪਤਾ ਨਹੀਂ ਇਸ ਪੈਸੇ ਨੂੰ ਇਕੱਠਾ ਕਰਨ ਲਈ ਇਹਨੇ ਕਿੰਨੇ ਲੋਕ ਮਾਰੇ ਹੋਣਗੇ। ਇਹਦੀ ਕਥਾ ਵਿੱਚ ਅਸੀਂ ਸੁਣ ਚੁੱਕੇ ਹਾਂ ਕਿ ਜਦੋਂ ਇਸ ਨੂੰ ਇਹ ਪਤਾ ਲੱਗਾ ਸੀ ਕਿ ਜਿਹੜੇ ਮੁਸਲਮਾਨ ਲੋਕ ਨੇ ਜਾਂ ਇਸ ਦੇਸ਼ ਦੀ ਇੱਕ ਪਰੰਪਰਾ ਹੈ ਕਿ ਮੁਰਦੇ ਦੇ ਮੂੰਹ ਵਿੱਚ 1 ਰੁਪਈਆ ਰੱਖਦੇ ਨੇ ਜਦੋਂ ਦਫਨਾਉਂਦੇ ਨੇ, ਇਹਨੂੰ ਪਤਾ ਲੱਗਿਆ ਤੇ ਇਹਨੇ ਸਾਰੀਆਂ ਕਬਰਾਂ ਪੁਟਾ ਦਿੱਤੀਆਂ ਸੀ। ਕਹਿਣ ਲੱਗਾ ਜਿਹੜਾ ਮੁਰਦਿਆਂ ਦੇ ਮੂੰਹ ਵਿੱਚ ਰੁਪਈਆ ਦੱਬਿਆ ਉਹ ਵੀ ਲਿਆਓ ਕੱਢ ਕੇ। ਅਸੀਂ ਮੁਹੱਬਤ ਤੁਗਲਕ ਵਰਗੇ ਰਾਜਿਆਂ ਦੀਆਂ ਕਥਾ ਕਹਾਣੀਆਂ ਸੁਣੀਆਂ ਨੇ ਕਿ ਉਹਨੇ ਚਮੜੇ ਦੇ ਰੁਪਈਏ ਸਿੱਕੇ ਚਲਾ ਦਿੱਤੇ ਸੀ। ਬਿਲਕੁਲ ਇਸੇ ਤਰ੍ਹਾਂ
ਇਹ ਕਾਰੂ ਬਾਦਸ਼ਾਹ ਵੀ ਇੱਕ ਮੂਰਖ ਬਾਦਸ਼ਾਹ ਹੋਇਆ, ਪਾਪੀ ਜ਼ੁਲਮੀ ਬਾਦਸ਼ਾਹ ਹੋਇਆ। ਗੁਰੂ ਜੀ ਦੇ ਦਰਸ਼ਨਾਂ ਦਾ, ਗੁਰੂ ਜੀ ਦੇ ਬਚਨਾਂ ਦਾ ਕੋਈ ਐਸਾ ਇਹਨੂੰ ਕੋਈ ਪੁੰਨ ਫਲ ਮਿਲਿਆ ਕਿ ਉਹ ਜਿਹੜਾ ਪੱਥਰ ਵਰਗਾ ਸੀ, ਜ਼ੁਲਮੀ ਸੀ, ਕਹਿੰਦੇ ਉਹ ਮੋਮ ਵਰਗਾ ਨਰਮ ਹੋ ਗਿਆ। ਹਾਂਜੀ। ਆਗੇ ਸ਼੍ਰੀ ਗੁਰ ਕੇ ਤਬੈ ਬੋਲਿਓ ਆਜਜ ਹੋਏ। ਹੁਣ ਇਹ ਗੁਰੂ ਜੀ ਦੇ ਸਨਮੁਖ ਹੱਥ ਜੋੜ ਕੇ ਬੇਨਤੀ ਕਰਦਾ ਹੈ, ਆਜਜ ਬਣ ਕੇ, ਸੇਵਕ ਬਣ ਕੇ। ਹਾਂਜੀ। ਜਿਉ ਬੀਤੀ ਬੀਤੀ ਪਸਚਾਤੀ ਅਬ ਉਪਦੇਸ਼ ਦੇਹੋ ਭਲ ਭਾਂਤੀ। ਕਹਿਣ ਲੱਗਾ ਜੀ ਜੋ ਬੀਤ ਗਈ ਸੋ ਬੀਤ ਗਈ। ਦੇਖੋ ਇਹ ਤਾਂ ਜ਼ਿੰਦਗੀ 'ਚ ਸਭ ਨੂੰ ਪਤਾ ਲੱਗ ਜਾਣਾ ਚਾਹੀਦਾ। ਟਾਈਮ ਵੇਖ ਲਓ, ਡੇਟ ਵੇਖ ਲਓ, ਦਿਨ ਵੇਖ ਲਓ, ਅੱਜ ਦੀ ਤਰੀਕ, ਅੱਜ ਦਾ ਸਮਾਂ ਔਰ ਅੱਜ ਦਾ ਦਿਨ ਨੋਟ ਕਰ ਲਓ। ਜਿਹੜੀ ਗੱਲ ਭਾਈ ਨੰਦ ਲਾਲ ਜੀ ਨੂੰ ਗੁਰੂ ਕਲਗੀਧਰ ਪਿਤਾ ਜੀ ਨੇ ਕਹੀ ਸੀ ਨਾ ਕਿ ਆਗੈ ਸਮਝ ਚੱਲੋ ਨੰਦ ਲਾਲਾ, ਪਾਛੈ ਜੋ ਬੀਤੀ ਸੋ ਬੀਤੀ। ਜਿਹੜੀ ਘੜੀ ਇਸ ਤੋਂ ਪਹਿਲਾਂ ਗੁਜ਼ਰ ਗਈ ਹੈ ਇਹਨੇ ਵਾਪਸ ਨਹੀਂ ਜੇ ਆਉਣਾ। ਨਾ ਕੀਤੇ ਪਾਪ ਵਾਪਸ ਹੋਣੇ ਨੇ, ਨਾ ਕੀਤੀਆਂ ਭੁੱਲਾਂ ਵਾਪਸ ਹੋਣੀਆਂ ਨੇ, ਨਾ ਕੀਤੀ ਲੁੱਟ ਖਸੁੱਟ ਵਾਪਸ ਹੋਣੀ ਹੈ, ਨਾ ਕੀਤੇ ਪਾਪ ਵਾਪਸ ਹੋਣੇ ਨੇ। ਜੋ ਹੋ ਗਿਆ ਸੋ ਹੋ ਗਿਆ। ਇਸ ਕਰਕੇ ਜਦੋਂ ਵੀ ਸਮਝ ਆ ਜਾਏ, ਜਿਹੜਾ ਸਮਾਂ ਤੁਹਾਡੇ ਕੋਲ ਬਾਕੀ ਹੈ, ਇਹ ਗੱਲ ਸਤਿਗੁਰੂ ਦੀ ਬਾਣੀ ਜਦੋਂ ਪੜੋਗੇ ਉਦੋਂ ਉਪਦੇਸ਼ ਮਿਲੇਗਾ ਕਿ ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਨੀ, ਭਜ ਲੈ ਰੇ ਮਨ ਸਾਰੰਗ ਪਾਨੀ। ਜਦੋਂ ਬਾਣੀ ਪੜੋਗੇ ਉਦੋਂ ਹੀ ਉਪਦੇਸ਼ ਮਿਲੇਗਾ, ਉਸ ਤੋਂ ਪਹਿਲਾਂ ਤਾਂ ਮਿਲੇਗਾ ਨਹੀਂ। ਉਸ ਦਿਨ ਤੋਂ ਤੁਹਾਡਾ ਟਾਈਮ ਸ਼ੁਰੂ ਹੁੰਦਾ ਹੈ। ਜਦੋਂ ਤੁਹਾਨੂੰ ਗਿਆਨ ਆ ਜਾਏ ਤੁਹਾਡੀ ਜ਼ਿੰਦਗੀ ਉੱਥੋਂ ਸ਼ੁਰੂ ਹੁੰਦੀ ਹੈ। ਹਾਂ, ਪਿਛਲੇ ਜਿਹੜੇ ਔਗਣ ਨੇ ਉਹ ਬਖਸ਼ੇ ਜਾ ਸਕਦੇ ਨੇ, ਧੋਤੇ ਨਹੀਂ ਜਾ ਸਕਦੇ। ਸਾਡੇ 'ਚ ਜਿਹੜੀ ਸਭ ਤੋਂ ਵੱਡੀ ਮਿਸਟੇਕ ਹੈ, ਗਲਤੀ ਹੈ, ਉਹ ਇਹੋ ਹੀ ਭੁੱਲ ਹੈ ਕਿ ਆਪਾਂ ਸਾਰੀ ਉਮਰ ਪਿਛਲੇ ਪਾਪ ਧੋਣ ਤੇ ਲਾ ਦਿੰਨੇ ਆ। ਕੋਈ ਮੈਥਡ ਹੀ ਨਹੀਂ ਹੈ, ਕੋਈ ਥਿਊਰੀ ਨਹੀਂ ਹੈ, ਕੋਈ ਤਰੀਕਾ ਹੀ ਨਹੀਂ, ਕੋਈ ਢੰਗ ਹੀ ਨਹੀਂ ਹੈਗਾ। ਕੋਈ ਰਸਤਾ ਨਹੀਂ ਕਿ ਤੁਹਾਡੇ ਪੁਰਾਣੇ ਪਾਪ ਧੋਤੇ ਜਾ ਸਕਣ। ਫਿਰ ਕੀ ਕਰਨਾ ਚਾਹੀਦਾ? ਤੁਸੀਂ ਜਿਹੜੀਆਂ ਭੁੱਲਾਂ ਕਰਦੇ ਹੋ, ਗੁਨਾਹ ਕਰਦੇ ਹੋ, ਕੀ ਹੁੰਦਾ ਹੈ? ਬਖਸ਼ੇ ਜਾਂਦੇ ਨੇ। ਦੇਖੋ ਇੱਕ ਬੰਦੇ ਨੇ ਮਰਡਰ ਕਰ ਦਿੱਤਾ, ਜੱਜ ਨੇ ਚੁੱਕ ਕੇ ਉਹਨੂੰ ਜੇਲ੍ਹ 'ਚ ਸੁੱਟ ਦਿੱਤਾ। ਹੁਣ ਜੱਜ ਨੇ ਕਿਹਾ ਵੀ ਇਹਨੂੰ ਉਮਰ ਕੈਦ ਹੈ। ਹੁਣ ਸਰਕਾਰਾਂ ਕੀ ਕਰਦੀਆਂ ਨੇ? ਕੋਈ 26 ਜਨਵਰੀ ਆ ਗਈ, ਕੋਈ 15 ਅਗਸਤ ਆ ਗਿਆ, ਕੋਈ ਮੁਲਕ ਦਾ ਆਜ਼ਾਦੀ ਦਾ 50 ਸਾਲਾ ਆ ਗਿਆ, ਉਹਨਾਂ ਕਿਹਾ ਜੀ ਕੈਦੀਆਂ ਦੀ 1 ਸਾਲ ਦੀ ਸਜ਼ਾ ਮਾਫ ਹੁੰਦੀ ਹੈ। ਜਾਂ ਆਪਾਂ ਕਹਿ ਸਕਦੇ ਵੀ ਚਲੋ ਜੀ ਤੁਹਾਨੂੰ ਤੁਹਾਡੇ ਔਗਣ ਅਸੀਂ ਮਾਫ ਕੀਤੇ। ਬੱਚੇ ਤੁਹਾਡੇ ਨੇ ਗਲਤੀ ਕੀਤੀ, ਤੁਸੀਂ ਕੀ ਕਹਿੰਦੇ ਹੋ? ਕਹਿੰਦੇ ਮਾਫੀ ਮੰਗ। ਉਹ ਕਹਿੰਦਾ ਜੀ ਮਾਫੀ ਮੰਗਦਾ। ਕਹਿੰਦੇ ਮਾਫੀ ਦਾ ਕੀ ਮਤਲਬ ਪੁੱਤਰ? ਕੰਨ ਪਕੜ, ਅੱਗੋਂ ਪ੍ਰੋਮਿਸ ਕਰ ਕਿ ਦੁਬਾਰਾ ਤਾਂ ਨਹੀਂ ਗਲਤੀ ਕਰੇਗਾ। ਤਰੀਕਾ ਹੀ ਇਹ ਹੈ। ਗੁਰੂ ਜੀ ਦੀ ਥਿਊਰੀ ਇਹੋ ਹੀ ਹੈ ਕਿ ਪਿਛਲੇ ਔਗਣ ਬਖਸ਼ ਲਏ, ਪ੍ਰਭ ਆਗੈ ਮਾਰਗ ਪਾਵੈ। ਇਸ ਕਾਰੂ ਬਾਦਸ਼ਾਹ ਨੇ ਵੀ ਇਹੋ ਗੱਲ ਕਹੀ। ਕਹਿਣ ਲੱਗਾ ਜੀ ਜਿਉਂ ਬੀਤੀ ਪਛਤਾਤੀ, ਜਿਹੜੀ ਬੀਤ ਗਈ ਉਹ ਤਾਂ ਬੀਤ ਗਈ। ਅਬ ਉਪਦੇਸ਼ ਦੇਹੋ ਭਲ ਭਾਂਤੀ। ਕਹਿਣ ਲੱਗਾ ਜੀ ਅੱਗੋਂ ਉਪਦੇਸ਼ ਦਿਓ, ਅੱਗੋਂ ਵੀ ਉਪਦੇਸ਼ ਹੀ ਮਿਲੇਗਾ। ਜਿਹੜੀ ਸਾਡੀ ਗਲਤੀ ਉਹ ਇਹੋ ਹੀ ਹੈ,
ਅਸੀਂ ਇੱਥੇ ਆਉਂਦੇ ਆ ਗੁਰਦੁਆਰੇ, ਮੈਂ ਤਾਂ ਰੋਜ਼ ਬੇਨਤੀ ਕਰਦਾ, ਆਉਂਦੇ ਝੱਗਾ ਚੁੱਕ ਲੈਂਦੇ ਆ। ਉਹ ਕਈਆਂ ਦਾ ਮੇਰੇ ਵਰਗਿਆਂ ਦਾ ਪੇਟ 1.5 ਫੁੱਟ ਬਾਹਰ ਹੁੰਦਾ। ਉਹ ਸੋਚਦੇ ਨੇ ਵੀ ਇੱਧਰੋਂ ਮਾਲ ਡਿੱਗੇਗਾ ਤੇ ਇੱਧਰੋਂ ਅਸੀਂ ਝੋਲੀ ਭਰ ਲਵਾਂਗੇ। ਮੈਂ ਫਿਰ ਬੇਨਤੀ ਕਰਾਂ, ਰੱਬ ਜਦੋਂ ਵੀ ਮਾਰਦਾ ਹੈ ਲੱਤ ਨਹੀਂ ਮਾਰਦਾ, ਮੱਤ ਮਾਰਦਾ ਹੈ। ਇਹ ਚੇਤਾ ਰੱਖਣਾ। ਤੇ ਰੱਬ ਜਦੋਂ ਵੀ ਦਿੰਦਾ ਹੈ ਉਹ ਤੁਹਾਨੂੰ ਅਕਲ ਦਿੰਦਾ ਹੈ। ਅੱਜ ਜਿਹੜੇ ਬੱਚੇ ਕਰੋੜਾਂ ਰੁਪਈਆ ਤਨਖਾਹ ਲੈਂਦੇ ਨੇ ਉਹਨਾਂ ਕੋਲੇ ਕੀ ਹੈ? ਅਕਲ ਹੈ। ਆ ਜਿਹੜਾ ਮਾਸਟਰ ਕਾਰਡ ਬਣਿਆ ਹੈ, ਤੁਹਾਨੂੰ ਪਤਾ ਹੈ ਸਰਦਾਰ ਬਾਂਗਾ ਉਹਦਾ ਹੈਡ ਰਿਹਾ ਪਿੱਛੇ। ਹੁਣ ਗੁਰੂ ਨੇ ਤੁਹਾਨੂੰ ਅਕਲ ਦੇਣੀ ਹੈ। ਅਸੀਂ ਕਹਿੰਦੇ ਵੀ ਨਹੀਂ, ਅਕਲ ਰਹਿਣ ਦਿਓ, ਅਕਲ ਰਹਿਣ ਦਿਓ, ਪੈਸੇ ਦੇ ਦਿਓ, ਕਾਰ ਦੇ ਦਿਓ, ਫੈਕਟਰੀ ਦੇ ਦਿਓ, ਨੌਕਰੀ ਦੇ ਦਿਓ। ਦੱਸੋ ਮੂਰਖ ਆਦਮੀ ਲੈ ਕੇ ਵੀ ਕੀ ਕਰੇਗਾ? ਇੱਕ ਮੂਰਖ ਆਦਮੀ ਨੂੰ ਕਾਰ ਦੇ ਦਿਓ ਤੇ ਕੀ ਕਰੇਗਾ? ਐਕਸੀਡੈਂਟ ਕਰੇਗਾ। ਇੱਕ ਆਦਮੀ ਨੂੰ ਪੈਸੇ ਦੇ ਦਿਓ ਮੂਰਖ ਨੂੰ, ਕੀ ਕਰੇਗਾ? ਉਜਾੜੇਗਾ, ਹੋਰ ਕੀ ਕਰੇਗਾ? ਇੱਕ ਮੂਰਖ ਆਦਮੀ ਨੂੰ ਫੈਕਟਰੀ ਲਾ ਕੇ ਦੇ ਦਿਓ, ਕੀ ਕਰੇਗਾ? ਕੋਈ ਚਾਹੀਦਾ ਕੰਮ ਕਰੇਗਾ? ਉਹ ਨਹੀਂ ਕਰੇਗਾ। ਅੱਜ ਬੜੇ ਲੋਕ ਨੇ ਜਿਨ੍ਹਾਂ ਨੇ ਆਪਣੀਆਂ ਫੈਕਟਰੀਆਂ ਦੇ ਰਾਹੀਂ ਅੱਜ ਮਨੁੱਖਤਾ ਦੀ ਸੇਵਾ ਕੀਤੀ ਹੈ, ਜਿਨ੍ਹਾਂ ਨੂੰ ਸਤਿਗੁਰੂ ਨੇ ਗਿਆਨ ਦਿੱਤਾ। ਇਸ ਕਰਕੇ ਜਦੋਂ ਵੀ ਗੁਰਦੁਆਰੇ ਆਵੋ ਇੱਕੋ ਹੀ ਗੱਲ ਕਹੋ, ਸੱਚੇ ਪਾਤਸ਼ਾਹ ਸਦ ਬੁੱਧੀ ਦਿਓ, ਵਿਵੇਕ ਦਿਓ, ਗਿਆਨ ਦਿਓ, ਅਕਲ ਦਿਓ, ਮਤ ਦਿਓ। ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਰਾਮ। ਇਹ ਆ ਕੇ ਕਹੋ। ਅਸੀਂ ਤਾਂ ਸਿੱਧੇ ਹੀ ਸ਼ੁਰੂ ਹੋ ਜਾਂਦੇ ਆ, ਕੋਠੀ ਦੇ ਦਿਓ ਜੀ, ਕਾਰ ਦੇ ਦਿਓ ਜੀ। ਵੀ ਕੋਠੀ ਮਿਲ ਗਈ ਤੇ ਕੀ ਕਰੇਗਾ? ਡੀਜੇ ਲਾ ਕੇ ਨੱਚੇਗਾ, ਹੋਰ ਕੀ ਕਰੇਗਾ? ਪਰ ਜੇ ਵਾਹਿਗੁਰੂ ਤੈਨੂੰ ਮੱਤ ਦਵੇ ਤੇ ਕੋਠੀ ਨਾ ਵੀ ਹੋਈ ਤੇ 2 ਕਮਰਿਆਂ ਵਿੱਚ ਵੀ ਬੈਠ ਕੇ ਸੁਖਮਣੀ ਪੜ੍ਹੇਗਾ, ਤੂੰ ਪਾਠ ਕਰੇਗਾ। ਬੇਕੂਫ ਆਦਮੀ ਬਹੁਤਾ ਧਨ ਲੈ ਕੇ ਵੀ ਮੂਰਖਤਾਈ ਕਰੇਗਾ ਤੇ ਸਿਆਣਾ ਆਦਮੀ ਥੋੜੇ ਧਨ ਦੇ ਵਿੱਚੋਂ ਵੀ ਸੇਵਾ ਕਰੇਗਾ। ਪਿਛਲੇ ਸਾਲ ਐਸੇ ਪਰਿਵਾਰਾਂ ਦੇ ਫੋਨ ਆਏ ਕਿ ਗਿਆਨੀ ਜੀ ਪੂਰੇ ਪਿੰਡ 'ਚ ਸਾਡਾ ਇਕੱਲਾ ਹੀ ਘਰ ਹੈ, ਪਰ ਅਸੀਂ ਫਿਰ ਵੀ ਲੰਗਰ ਲਾ ਕੇ ਬੈਠੇ ਆ। ਕਿ ਉਸ ਪਿੰਡ 'ਚ ਅਮੀਰ ਆਦਮੀ ਨਹੀਂ ਹੋਣਗੇ? ਜ਼ਰੂਰ ਹੋਣਗੇ। ਕਿ ਦੂਜੀਆਂ ਜਾਤੀਆਂ 'ਚ ਲੋਕ ਸਾਰੇ ਭੁੱਖੇ ਨੰਗੇ ਹੀ ਨੇ? ਨਹੀਂ ਭਾਈ, ਸਾਡੇ ਨਾਲੋਂ ਵੀ ਅਮੀਰ ਹੈਗੇ ਨੇ। ਪਰ ਉਹ ਛੱਡ ਸਕਦੇ ਨੇ ਮਰਨ ਤੋਂ ਬਾਅਦ, ਵੰਡ ਨਹੀਂ ਸਕਦੇ, ਕਿਉਂਕਿ ਮਰਨ ਤੋਂ ਬਾਅਦ ਤੇ ਸਾਰੇ ਹੀ ਛੱਡ ਜਾਂਦੇ ਨੇ। ਪਰ ਸਵਾਲ ਤੇ ਵੀ ਮਰਨ ਤੋਂ ਪਹਿਲਾਂ ਕੀ ਤੁਸੀਂ ਵੰਡ ਸਕਦੇ ਹੋ ਕਿਸੇ ਨਾਲ? ਇਹ ਗਿਆਨ, ਇਹ ਮਤ, ਇਹ ਬੁੱਧ, ਇਹ ਸੱਚੇ ਪਾਤਸ਼ਾਹ ਨੇ ਸਿੱਖ ਦੀ ਝੋਲੀ 'ਚ ਪਾਈ ਹੈ। ਜਿਹੜਾ ਗੁਰਦੁਆਰੇ ਆਉਂਦਾ ਉਹਦੀ ਝੋਲੀ 'ਚ ਪਾਈ ਹੈ। ਹਾਂਜੀ। ਜਿਉ ਨਿਸ ਚਾਹਵੈ ਪੰਥ ਖੁਦਾਏ, ਸੋ ਬਿਦ ਦੀਜੈ ਮੁਝੈ ਬਤਾਏ। ਕਹਿਣ ਲੱਗਾ ਜੀ ਮੈਨੂੰ ਉਹ ਵਿਧ ਦੱਸੋ, ਉਹ ਤਰੀਕਾ, ਉਹ ਥਿਊਰੀ, ਉਹ ਮੈਥਡ, ਉਹ ਢੰਗ ਕਿ ਮੇਰਾ ਨਿਸ਼ਚਾ ਰੱਬ ਵਿੱਚ ਹੋ ਜਾਏ। ਅੱਜ ਤੱਕ ਤੁਹਾਡਾ ਮੇਰਾ ਨਿਸ਼ਚਾ ਕਿੱਥੇ ਹੈ? ਵੀ ਇੱਕ ਤੇ ਜਾਣ ਪਛਾਣ ਹੋਣੀ ਚਾਹੀਦੀ ਹੈ, ਇੱਕ ਵੱਡੇ ਵੱਡੇ ਬੰਦਿਆਂ ਦੇ ਟੈਲੀਫੋਨ ਹੋਣੇ ਚਾਹੀਦੇ ਨੇ, ਉਹਨਾਂ ਦੇ ਵਿਜ਼ਿਟਿੰਗ ਕਾਰਡ ਹੋਣੇ ਚਾਹੀਦੇ ਨੇ, ਪੈਸਾ ਬਹੁਤ ਸਾਰਾ ਹੋਣਾ ਚਾਹੀਦਾ ਹੈ। ਸਾਡਾ ਭਰੋਸਾ ਇਹਨਾਂ ਚੀਜ਼ਾਂ ਤੇ ਹੈ। ਅਸੀਂ ਇਹਨਾਂ ਨੂੰ ਸੋਚਦੇ ਵੀ ਸ਼ਾਇਦ ਇਹ ਸਾਡੇ ਕੰਮ ਆਉਣਗੀਆਂ, ਪਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਕੰਮ ਨਹੀਂ ਆਉਂਦੀਆਂ। ਇਹ ਚੀਜ਼ਾਂ ਹੋਣੀਆਂ ਗੁਨਾਹ ਵੀ ਕੋਈ ਨਹੀਂ ਹੈ। ਕਿਸੇ ਦੀ ਜਾਣ ਪਛਾਣ ਹੋਵੇ, ਕਿਸੇ ਕੋਲ ਪੈਸੇ ਹੋਣ, ਇਹ ਕੋਈ ਪਾਪ ਥੋੜਾ ਹੈ। ਪਰ ਇਸ ਤੇ ਭਰੋਸਾ ਕਰਨਾ, ਵਿਸ਼ਵਾਸ ਕਰਨਾ ਨਹੀਂ। ਵਿਸ਼ਵਾਸ ਕਰਨਾ ਤੇ ਕੇਵਲ ਰੱਬ ਤੇ ਕਰਨਾ ਹੈ। ਵਿਸ਼ਵਾਸ ਕਰਨਾ ਤੇ ਸਿਰਫ ਕੇਵਲ ਤੇ ਕੇਵਲ ਪਰਮਾਤਮਾ ਤੇ ਕਰਨਾ ਹੈ। ਅੱਜ ਸਾਡਾ ਜੇ ਭਰੋਸਾ ਨਹੀਂ, ਲਿਖਿਆ ਸਤਿਗੁਰੂ ਦੀ ਬਾਣੀ 'ਚ, ਐਸੋ ਜਗ ਦੇਖਿਓ ਜੁਆਰੀ। ਜੁਆਰੀ ਤੋਂ ਸਮਝਦੇ ਜੂਆ ਖੇਡਣ ਵਾਲਾ।
ਇੱਕ ਕੈਟਾਗਰੀ ਹੈ ਮਨੁੱਖਾਂ ਦੀ, ਉਹ ਸਾਰਾ ਦਿਨ ਪੱਤੇ ਹੀ ਸੁੱਟਦੇ ਰਹਿੰਦੇ ਨੇ, ਤਾਸ਼ ਹੀ ਖੇਡਦੇ ਰਹਿੰਦੇ ਨੇ, ਉਹਦੇ ਤੇ ਦਾ ਲਾਈ ਜਾਂਦੇ ਨੇ, ਪੈਸੇ ਲਾ ਲਾ ਕੇ ਖੇਡਦੇ ਨੇ। ਸਿੰਪਲ ਆਦਮੀ ਤਾਸ਼ ਖੇਡੇ ਤੇ ਉਹਨੂੰ ਕਹਿੰਦੇ ਤਾਸ਼ ਖੇਡਦਾ ਹੈ, ਪਰ ਉਹਦੇ ਤੇ ਸ਼ਰਤਾਂ ਲਾਉਣੀਆਂ, ਪੈਸੇ ਲਾਉਣੇ ਸ਼ੁਰੂ ਕਰ ਦਿੱਤੇ ਤੇ ਉਹ ਜੂਆ ਬਣ ਗਿਆ। ਔਰ ਜੁਆਰੀਏ ਦੇ ਬਾਰੇ ਤੁਸੀਂ ਸੁਣਿਆ ਹੋਏਗਾ, ਅੱਜ ਤੱਕ ਕਦੇ ਕਿਸੇ ਜੁਆਰੀਏ ਨੇ ਮਹਿਲ ਬਾੜੀਆਂ ਨਹੀਂ ਬਣਾਈਆਂ, ਕਿਉਂਕਿ ਜਦੋਂ ਹਾਰਦਾ ਹੈ ਤੇ ਉਦੋਂ ਪਾਂਡਵਾਂ ਵਾਂਗ ਸੋਚਣ ਲੱਗ ਜਾਂਦਾ ਹੈ ਵੀ ਸ਼ਾਇਦ ਹੁਣ ਮੋੜਾ ਪੈ ਜਾਏ, ਹੁਣ ਮੋੜਾ ਪੈ ਜਾਏ। ਜੂਆ ਕਿਉਂ ਮਾੜਾ ਹੈ? ਜੂਏ 'ਚ ਵੇਖੋ ਕਿਸੇ ਦੀ ਜੀਵ ਹੱਤਿਆ ਤੇ ਹੁੰਦੀ ਨਹੀਂ। ਜੂਏ ਵਿੱਚ ਇਹ ਵੀ ਨਹੀਂ ਵੀ ਬੰਦਾ ਸ਼ਰਾਬ ਪੀਂਦਾ। ਜੂਏ ਵਿੱਚ ਤੇ ਆਦਮੀ ਸ਼ਰਤਾਂ ਲਾ ਕੇ ਖੇਡ ਖੇਡਦਾ ਹੈ। ਪਰ ਮਾੜਾ ਇਸ ਕਰਕੇ ਹੈ ਕਿ ਏਡੇ ਏਡੇ ਵੱਡੇ ਪਾਂਡਵ ਇਸ ਜੂਏ ਦੀ ਮਾੜੀ ਇਲਤ ਵਿੱਚ ਉਹ ਦ੍ਰੋਪਦੀ ਵਰਗੀ ਇੱਕ ਮਹਾਨ ਇਸਤਰੀ ਔਰਤ ਉਹ ਹਾਰ ਗਏ ਸੀ। ਬਸ ਜੂਏ ਦੀ ਇਹੀ ਬੁਰਾਈ ਹੈ, ਇਹਦੇ ਵਿੱਚ ਇਹੀ ਔਗਣ ਹੈ ਕਿ ਹਾਰਨ ਲੱਗੋਗੇ ਤੇ ਤੁਹਾਨੂੰ ਇਹ ਲੱਗੇਗਾ ਵੀ ਹੁਣ ਮੋੜਾ ਪੈ ਜਾਏਗਾ, ਹੁਣ ਮੋੜਾ ਪੈ ਜਾਏਗਾ। ਤੁਸੀਂ ਉੱਠਣ ਲੱਗੋਗੇ ਤੇ ਅਗਲਾ ਕਹੇ ਕੀ ਹੋਇਆ ਯਾਰ, ਮੇਰੇ ਕੋਲ ਪੈਸੇ ਮੁੱਕ ਗਏ। ਕਹਿੰਦਾ ਘੜੀ ਹੈਗੀ ਹੈ ਨਾ, ਘੜੀ ਲਾ ਦੇ, ਲਾਤੀ। ਫਿਰ ਉੱਠਣ ਲੱਗਾ, ਕਹਿੰਦਾ ਕੀ ਹੈ, ਕਹਿੰਦਾ ਪੈਸੇ ਮੁੱਕ ਗਏ। ਕਹਿੰਦਾ ਤੇਰੇ ਕੋਲ ਸਕੂਟਰ ਹੈਗਾ ਨਾ, ਇਹ ਲਈ ਲਾ ਦੇ। ਇਸੇ ਤਰ੍ਹਾਂ ਪਾਂਡਵਾਂ ਨੇ ਏਡੀ ਮਹਾਨ ਔਰਤ ਦ੍ਰੋਪਦੀ ਜੂਏ ਵਿੱਚ ਹਾਰਤੀ। ਜੂਆ ਇਸ ਕਰਕੇ ਮਾੜਾ। ਭਗਤ ਜੀ ਕਹਿੰਦੇ ਨੇ ਦੁਨੀਆ ਜੁਆਰੀ ਵਰਗੀ ਹੈ, ਐਸੋ ਜਗ ਦੇਖਿਓ ਜੁਆਰੀ, ਸਭ ਸੁਖ ਮੰਗੈ ਇੱਕ ਨਾਮ ਬਸਾਰੀ। ਆਪਾਂ ਕਦੇ ਗੁਰਦੁਆਰੇ ਆ ਕੇ ਨਹੀਂ ਕਹਿੰਦੇ ਕਿ ਮਹਾਰਾਜ ਆਪਣੀ ਸਿਫਤ ਦਿਓ। ਪੜ੍ਹਦੇ ਹੋਈਆਂ ਕਿ ਜਿਸ ਨੂੰ ਬਖਸ਼ੇ ਕਰੋ ਕਿਰਪਾ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਜਿਹਨੂੰ ਰੱਬ ਨੇ ਆਪਣੀ ਬੰਦਗੀ ਦੇ ਦਿੱਤੀ ਹੈ ਉਹ ਤੇ ਰਾਜਿਆਂ ਦਾ ਰਾਜਾ ਹੈ, ਉਹ ਤੇ ਬਾਦਸ਼ਾਹ ਦਾ ਬਾਦਸ਼ਾਹ। ਉਹਦੇ ਵਰਗਾ ਮਹਾਨ ਵਿਅਕਤੀ ਧਰਤੀ ਤੇ ਕੋਈ ਨਹੀਂ ਹੈ। ਜਿਹਨੂੰ ਰੱਬ ਨੇ ਆਪਣੀ ਬੰਦਗੀ ਦਿੱਤੀ ਹੈ, ਹੁਕਮ ਹੀ ਇਹ ਹੈ ਕਰ ਬੰਦੇ ਤੂੰ ਬੰਦਗੀ, ਜਿਚਰ ਘਟ ਮੈਂ ਸਾ। ਬੰਦੇ ਬੰਦਗੀ ਇਖਤਿਆਰ। ਕਾਰੂ ਬਾਦਸ਼ਾਹ ਕਹਿਣ ਲੱਗਾ ਜੀ ਮੈਨੂੰ ਹੁਣ ਉਹ ਮਤ ਦਿਓ, ਮੈਨੂੰ ਉਹ ਖੁਦਾ ਦਾ ਰਸਤਾ ਦਿਓ ਕਿ ਨਿਸ਼ਚਾ ਬਣ ਜਾਏ। ਹੁਣ ਰਸਤਾ ਤੇ ਖੁਦਾ ਦਾ ਹੀ ਹੈ। ਕੋਈ ਮੰਦਿਰ ਜਾਂਦਾ ਹੈ, ਕੋਈ ਮਸਜਿਦ ਜਾਂਦਾ ਹੈ, ਕੋਈ ਗੁਰਦੁਆਰੇ ਜਾਂਦਾ ਹੈ, ਕੋਈ ਚਰਚ ਜਾਂਦਾ ਹੈ। ਹੁਣ ਇਹਦੋਂ ਵੱਡਾ ਰੱਬ ਦਾ ਰਸਤਾ ਕਿਹੜਾ ਹੈ ਧਰਤੀ ਤੇ? ਕੋਈ ਵੀ ਨਹੀਂ। ਭਰੋਸਾ ਕੋਈ ਨਹੀਂ। ਇਸੇ ਕਰਕੇ ਅਸੀਂ ਇਹਦੇ ਨਾਲ ਨਾਲ ਅਸੀਂ ਧਾਗੇ ਤਵੀਤ ਵੀ ਪਾਉਂਦੇ ਹਾਂ, ਬੜੀਆਂ ਮਸਾਣੀਆਂ ਦੀ ਪੂਜਾ ਵੀ ਕਰਦੇ ਹਾਂ। ਫਿਰ ਤਾਂਤਰਿਕ ਲੋਕਾਂ ਕੋਲ ਜਾ ਕੇ ਚਰਸਤਿਆਂ ਵਿੱਚ ਅਸੀਂ ਨਹਾਉਂਦੇ ਵੀ ਹਾਂ, ਟੂਣੇ ਟਮਣੀਆਂ ਵੀ ਕਰਦੇ ਹਾਂ। ਜੇ ਗੁਰਦੁਆਰੇ ਤੇ ਭਰੋਸਾ ਹੋਵੇ ਤੇ ਗੁਰਦੁਆਰੇ ਵਿੱਚ ਕਦੇ ਟੂਣਾ ਹੋਇਆ ਵੇਖਿਆ ਤੁਸੀਂ? ਨਹੀਂ ਵੇਖਿਆ ਨਾ, ਤੇ ਫਿਰ ਤੁਸੀਂ ਜਾ ਕੇ ਚੌਂਕ 'ਚ ਕਿਵੇਂ ਕਰ ਦਿੱਤਾ ਬਈ? ਗੁਰਦੁਆਰੇ ਦੇ ਰਸਤੇ ਵਿੱਚ ਕਿਤੇ ਟੂਣਾ ਨਹੀਂ ਹੈ, ਕੋਈ ਧਾਗਾ ਨਹੀਂ ਹੈ, ਕੋਈ ਤਵੀਤ ਨਹੀਂ ਹੈ, ਕੋਈ ਮੜੀ ਨਹੀਂ, ਕੋਈ ਮਸਾਣੀ ਨਹੀਂ, ਤੇ ਤੂੰ ਕਿਵੇਂ ਮੱਥਾ ਟੇਕਣ ਪਹੁੰਚ ਗਿਆ ਵੀ? ਉਹਦਾ ਕਾਰਨ ਨਿਸ਼ਚਾ ਕੋਈ ਨਹੀਂ। ਕਾਰੂ ਬਾਦਸ਼ਾਹ ਕਹਿਣ ਲੱਗਾ ਜੀ ਮੈਨੂੰ ਭਰੋਸਾ ਦਿਓ, ਮੈਨੂੰ ਐਸਾ ਗਿਆਨ ਦਿਓ ਕਿ ਮੈਨੂੰ ਵਿਸ਼ਵਾਸ ਹੋ ਜਾਏ। ਔਰ ਚੇਤਾ ਰੱਖਣਾ ਜਦੋਂ ਧਰਮ ਦੇ ਰਸਤੇ ਤੁਰੋਗੇ ਤੁਹਾਨੂੰ ਭਰਮਾਉਣ ਵਾਲੀ ਦੁਨੀਆ ਬਹੁਤ ਆਏਗੀ। ਮਾਤਾ ਗੰਗਾ ਤੋਂ ਵੱਡੀ ਮਹਾਨ ਇਸਤਰੀ ਕੌਣ ਹੋ ਸਕਦੀ ਹੈ? ਪਤਾ ਕੌਣ ਹੈ ਮਾਤਾ ਗੰਗਾ? ਗੁਰੂ ਅਰਜਨ ਸਾਹਿਬ ਮਹਾਰਾਜ ਦੇ ਮਹਿਲ ਸੁਪਤਨੀ ਵਾਈਫ। ਕੌਣ ਹੈ ਮਾਤਾ ਗੰਗਾ? ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮਾਂ, ਮੀਰੀ ਪੀਰੀ ਦੇ ਮਾਲਕ ਸਤਿਗੁਰੂ ਦੀ ਜਨਨੀ, ਧੰਨ ਜਨੇਂਦੀ ਮਾਓ। ਉਸ ਮਾਂ ਨੂੰ ਵੀ ਲੋਕਾਂ ਨੇ ਭਰਮਾਇਆ। ਛੋਟੇ ਜਿਹੇ ਸੀ ਗੁਰੂ ਹਰਗੋਬਿੰਦ ਸਾਹਿਬ ਤੇ ਬੱਚੇ ਦੇ ਸਰੀਰ ਤੇ ਚੇਚਕ ਦਾ ਰੋਗ ਆ ਗਿਆ ਤੇ ਪਤਾ ਨਹੀਂ ਸ਼ਹਿਰ ਦੀਆਂ ਕਿੰਨੀਆਂ ਹੀ ਔਰਤਾਂ ਆ ਗਈਆਂ, ਚੱਲ ਨਹੀਂ ਗੰਗਾ ਆਪਾਂ ਸੀਤਲਾ ਦੇਵੀ ਦੇ ਮੰਦਿਰ 'ਚ ਚੱਲੀਏ, ਸੀਤਲਾ ਮਾਤਾ ਨੂੰ ਮੱਥਾ ਟਿਕਾ ਕੇ ਲਿਆਈਏ ਇਸ ਕਾਕੇ ਨੂੰ।
ਮਾਤਾ ਜੀ ਨੇ ਪੁੱਛਿਆ ਗੁਰੂ ਅਰਜਨ ਸਾਹਿਬ ਨੂੰ ਵੀ ਬੀਬੀਆਂ ਇਦਾਂ ਕਹਿੰਦੀਆਂ ਨੇ। ਸਤਿਗੁਰੂ ਕਹਿੰਦੇ ਕਿਤੇ ਨਹੀਂ ਜਾਣਾ, ਆਪਣੇ ਬਾਲਕ ਆਪ ਰੱਖਿਆਨ ਪਾਰ ਬ੍ਰਹਮ ਗੁਰਦੇਵ। ਸੀਤਲਾ ਤੇ ਰੱਖਿਆ ਬਿਵਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ। ਪਹਿਲਾਂ ਆਖਿਆ ਨਹੀਂ ਗੰਗਾ ਕਿਤੇ ਨਹੀਂ ਜਾਣਾ, ਜਦੋਂ ਠੀਕ ਹੋ ਗਏ ਫਿਰ ਸ਼ਬਦ ਉਚਾਰਿਆ, ਆਖਿਆ ਸੀਤਲਾ ਤੋਂ ਪਰਮਾਤਮਾ ਨੇ ਬਚਾਇਆ ਮੇਰੇ ਪੁੱਤਰ ਨੂੰ ਹਰਗੋਬਿੰਦ ਨੂੰ। ਔਰ ਆਪ ਜੀ ਨੂੰ ਪਤਾ ਹੋਣਾ ਚਾਹੀਦਾ ਕਿ 6ਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਿਹਰੇ ਤੇ ਮਾਤਾ ਦੇ ਦਾਗ ਸਨ। ਅੱਜ ਕੱਲ ਤੁਹਾਨੂੰ ਕਿਸੇ ਬੱਚੇ ਦੇ ਚਿਹਰੇ ਤੇ ਦਾਗ ਨਹੀਂ ਮਿਲਣਗੇ, ਪਰ ਅੱਜ ਤੋਂ 50 ਸਾਲ ਪਿੱਛੇ ਜਾਓਗੇ, ਜੇ ਅੱਜ ਵੀ ਕੋਈ 80-90 ਸਾਲ ਦਾ ਕੋਈ ਬਜ਼ੁਰਗ ਸ਼ਾਇਦ ਮਿਲੇ ਤੇ ਉਹਨੂੰ ਇੱਥੇ ਮੂੰਹ ਦੇ ਉੱਤੇ ਨਾ ਟਿਮਕਣੇ ਜੇ ਹੋਣਗੇ, ਡੂੰਘੇ ਅੰਦਰ ਨੂੰ, ਉਹ ਮਾਤਾ ਦੇ ਦਾਗ ਹੁੰਦੇ ਸੀ। ਮੈਂ ਜਦੋਂ ਛੋਟਾ ਜਿਹਾ ਸੀ ਉਦੋਂ ਕੰਧਾਂ ਤੇ ਲਿਖਿਆ ਹੁੰਦਾ ਸੀ ਕਿ ਕੋਈ ਚੇਚਕ ਦੀ ਬਿਮਾਰੀ ਬਾਰੇ ਦੱਸੇਗਾ ਤਾਂ ਉਸ ਨੂੰ 1000 ਰੁਪਇਆ ਨਾਮ ਦਿੱਤਾ ਜਾਏਗਾ। ਇਹ ਕੰਧਾਂ ਤੇ ਲਿਖਿਆ ਪੜ੍ਹਦਾ ਹੁੰਦਾ ਸੀ ਮੈਂ। ਅੱਜ ਤਕਰੀਬਨ 40 ਸਾਲ ਤੋਂ ਚੇਚਕ ਦਾ ਰੋਗ ਜਿਹੜਾ ਤਕਰੀਬਨ ਖਤਮ ਹੈ। ਇਹ ਵੀ ਇੱਕ ਫਲੂ ਸੀਗਾ, ਇਹ ਵੀ ਕਰੋਨੇ ਵਰਗੀ ਇੱਕ ਵਾਇਰਸ ਸੀਗਾ। ਡੇਂਗੂ ਵੀ ਇੱਕ ਵਾਇਰਸ ਹੈ, ਕਰੋਨਾ ਵੀ ਇੱਕ ਵਾਇਰਸ ਹੈ। ਹੁਣ ਜਿਹੜਾ ਬਲੈਕ ਜਿਹਨੂੰ ਫੰਗਸ ਕਹਿੰਦੇ ਉਹ ਵੀ ਇੱਕ ਵਾਇਰਸ ਹੈ। ਸਵਾਈਨ ਫਲੂ ਜਿਹੜਾ ਉਹ ਵੀ ਇੱਕ ਵਾਇਰਸ ਹੈ। ਬਰਡ ਫਲੂ ਹੈ ਉਹ ਵੀ ਇੱਕ ਵਾਇਰਸ ਹੈ। ਬਿਮਾਰੀਆਂ ਹੀ ਨੇ, ਹੋਰ ਕੀ ਹੈ। ਸਵਾਲ ਕੀ ਹੈ ਕਿ ਸਵਾਲ ਇਹ ਨਹੀਂ ਕਿ ਤੁਸੀਂ ਗੁਰਦੁਆਰੇ ਜਾਂਦੇ ਹੋ ਕਿ ਨਹੀਂ ਜਾਂਦੇ, ਸਵਾਲ ਇਹ ਤੁਹਾਨੂੰ ਭਰੋਸਾ ਹੈ। ਇਹ ਸਭ ਤੋਂ ਵੱਡੀ ਗੱਲ ਹੈ, ਕਿਉਂਕਿ ਮਨਮਤ ਕਰਨ ਵਾਲੇ ਲੋਕ ਤੁਹਾਡੇ ਆਲੇ ਦੁਆਲੇ ਭਰੇ ਹੋਏ ਨੇ, ਉਹਨਾਂ ਤੁਹਾਨੂੰ ਫਿਰ ਭਰਮਾ ਦੇਣਾ ਹੈ। ਆ ਜਿਹੜੇ ਅਸੀਂ ਹੱਥਾਂ 'ਚ ਸਟੋਨ ਪਾਉਨੇ ਆ, ਪਾਓ ਸੋਨਾ ਪਾਓ ਕੋਈ ਡਰ ਨਹੀਂ। ਕੋਈ ਡਾਇਮੰਡ ਪਾਉਂਦਾ, ਕੋਈ ਅਮੀਰ ਆਦਮੀ ਪਾਵੇ। ਗਹਿਣੇ ਅਭੂਖਣ ਰਾਜੇ ਮਹਾਰਾਜੇ ਪਾਉਂਦੇ ਰਹੇ। ਗੁਰੂ ਪਾਤਸ਼ਾਹ ਜੀ ਨੂੰ ਗੁਰੂ ਕੇ ਮਹਿਲਾਂ ਨੂੰ ਆ ਕੇ ਸਿੱਖ ਭੇਟਾ ਕਰਦੇ ਰਹੇ ਗਹਿਣੇ ਪਾਉਣੇ ਪਾਪ ਨਹੀਂ ਹੈ। ਸਿੱਖੀ 'ਚ 2 ਗਹਿਣੇ ਮਨਾ ਨੇ, ਇੱਕ ਕੰਨ ਦੇ ਵਿੱਚ ਮੋਰੀ ਕਰਕੇ, ਇੱਕ ਨੱਕ ਵਿੱਚ ਮੋਰੀ ਕਰਕੇ। ਇਹਨੂੰ ਕਹਿੰਦੇ ਨੇ ਨੱਕ ਛੇਦਕ, ਕੰਨ ਛੇਦਕ ਗਹਿਣੇ ਨਹੀਂ ਪਾਉਣੇ। ਬਾਕੀ ਪਾ ਸਕਦੇ ਹੋ ਤੁਸੀਂ। ਉਹਨਾਂ ਗਹਿਣਿਆਂ ਦੀ ਕੋਈ ਚਰਚਾ ਨਹੀਂ ਹੈ। ਚਰਚਾ ਕਿਹਦੀ ਹੈ ਕਿ ਜੀ ਤੁਸੀਂ ਇਹ ਸਟੋਨ ਪਾਓ, ਜੀ ਇਸ ਉਂਗਲ 'ਚ ਪਾਓ, ਆਹ ਸਟੋਨ ਪਾਓ, ਇਸ ਉਂਗਲ 'ਚ ਪਾਓ। ਹੁਣ ਪੁੱਛੋ ਵੀ ਸਟੋਨ ਤੇ ਭਰੋਸਾ ਕਿ ਗੁਰਦੁਆਰੇ ਤੇ ਭਰੋਸਾ ਹੈ? ਹੁਣ 5 ਉਂਗਲਾਂ 'ਚ 5 ਮੁੰਦਰੀਆਂ ਪਾ ਕੇ ਵੀ ਹੱਥ ਜੋੜ ਕੇ ਬੰਦਾ ਖਲੋਤਾ ਹੈ। ਹੁਣ ਉਹਨੂੰ ਬੰਦੇ ਨੂੰ ਸਮਝਾਓ ਵੀ ਭਾਈ ਤੈਨੂੰ ਭਰੋਸਾ ਕਿਹਦੇ ਤੇ ਹੈ? ਜਿਹੜੇ ਹੱਥ ਜੋੜੇ ਨੇ ਉਹਦੇ ਤੇ ਹੈ ਕਿ ਆਹ ਜਿਹੜੀ ਹੱਥਾਂ 'ਚ ਮੁੰਦਰੀਆਂ ਪਾਈਆਂ ਨੇ ਉਹਦੇ ਤੇ ਹੈ? ਭਰੋਸਾ ਤਾਂ ਕਿਸੇ ਤੇ ਵੀ ਨਹੀਂ ਹੈ। ਮੈਂ ਤਾਂ ਰੋਜ਼ ਬੇਨਤੀ ਕਰਦਾ, ਬੰਦਿਆ ਜਿਹੜੇ ਤੇਰੇ ਨਾਲ ਤੁਰੇ ਫਿਰਦੇ ਨੇ ਇਹ ਤੈਨੂੰ ਵਰਤਦੇ ਨੇ, ਤੇਰੇ ਨਾਲ ਕੋਈ ਨਹੀਂ ਵਰਤਦਾ। ਤੂੰ ਭੁਲੇਖੇ 'ਚ ਹੈ। ਸਭ ਤੈਨੂੰ ਵਰਤਣ ਵਾਲੇ ਨੇ, ਸਭ ਤੈਨੂੰ ਇਸਤੇਮਾਲ ਕਰਦੇ ਨੇ। ਔਰ ਉਹਦੀ ਉਦਾਹਰਨ ਵੀ ਵਾਹਿਗੁਰੂ ਨੇ ਏਡੀ ਵਧੀਆ ਬਖਸ਼ੀ ਹੈ ਕਿ ਤੁਹਾਨੂੰ ਟੈਲੀਫੋਨ ਆਏਗਾ, ਗਿਆਨੀ ਜੀ ਠੀਕ ਹੋ? ਨਹੀਂ ਭਾਜੀ ਠੀਕ ਨਹੀਂ। ਚਲੋ ਫਿਰ ਆਪਣੀ ਸਿਹਤ ਦਾ ਧਿਆਨ ਰੱਖੋ, ਦਵਾਈ ਲਵੋ। ਮਹੀਨੇ ਬਾਅਦ ਫਿਰ ਫੋਨ ਆਏਗਾ, ਗਿਆਨੀ ਜੀ ਠੀਕ ਹੋ? ਹਾਂ ਜੀ ਬਿਲਕੁਲ ਠੀਕ ਹੈ ਜੀ, ਇੱਕ ਕੰਮ ਸੀ ਛੋਟਾ ਜਿਹਾ। ਮਤਲਬ ਜੇ ਠੀਕ ਹੋ, ਬਚ ਗਏ ਹੋ ਤੇ ਮੇਰਾ ਕੰਮ ਤੇ ਕਰ ਦਿਓ। ਪਰ ਜਿੱਦਣ ਤੁਸੀਂ ਕਿਹਾ ਸੀ ਮੈਂ ਨਹੀਂ ਠੀਕ, ਇੱਕ ਬੰਦਾ ਨਹੀਂ ਜਿਹੜਾ ਕਵੇ ਵੀ ਗਿਆਨੀ ਜੀ ਨਹੀਂ ਠੀਕ ਤੇ ਮੈਂ ਗੱਡੀ ਲੈ ਕੇ ਆਵਾਂ, ਆਪਾਂ ਡਾਕਟਰ ਕੋਲ ਚੱਲੀਏ, ਇੱਕ ਦਵਾਈ ਕਿਤੇ ਲੈਣੀ ਹੋਵੇ ਤੇ ਮੈਂ ਚੱਲਾਂ ਤੁਹਾਡੇ ਨਾਲ। ਕੋਈ ਰਿਸ਼ਤੇਦਾਰ ਕਦੇ ਮਿਲਿਆ ਤੁਹਾਨੂੰ ਇਦਾਂ ਦਾ ਜਿਹੜਾ ਕਵੇ ਜੀ ਜੇ ਤੁਸੀਂ ਠੀਕ ਨਹੀਂ ਤੇ ਆਓ ਆਪਾਂ ਹਸਪੀਟਲ ਚੱਲਦੇ ਆ, ਮੈਂ ਲੈ ਕੇ ਚੱਲਦਾ? ਨਾ। ਜੇ ਤੁਸੀਂ ਬਿਮਾਰ ਹੋ ਤਾਂ ਆਪਣੀ ਸਿਹਤ ਦਾ ਧਿਆਨ ਰੱਖੋ। ਜੇ ਤੁਸੀਂ ਠੀਕ ਹੋ ਤੇ ਸਾਡਾ ਇੱਕ ਕੰਮ ਹੀ ਕਰ ਦਿਓ। ਇੱਥੇ ਖਲੋਤੀ ਦੁਨੀਆ। ਇਸ ਕਰਕੇ ਭਰੋਸਾ ਗੁਰੂ ਤੇ ਲੈ ਕੇ ਆਓ। ਕਾਰੂ ਬਾਦਸ਼ਾਹ ਨੇ ਕਿਹਾ ਗੁਰੂ ਨਾਨਕ ਸਾਹਿਬ ਨੂੰ, ਕਹਿਣ ਲੱਗਾ ਜੀ ਉਹ ਰਸਤਾ ਦਿਓ ਕਿ ਜਿਹਦੇ ਨਾਲ ਮੈਨੂੰ ਭਰੋਸਾ ਰੱਬ ਤੇ ਆਵੇ।
ਜੇ ਰੱਬ ਤੇ ਭਰੋਸਾ ਹੋਵੇ ਤਾਂ ਫਿਰ ਰਾਤ ਨੂੰ ਫ੍ਰਿਜ ਦੇ ਵਿੱਚ ਸਟੋਰੇਜ ਦੀ ਲੋੜ ਨਹੀਂ ਹੈ। ਪਤਾ ਹੈ ਤੁਹਾਨੂੰ, ਪੂਰੀ ਪ੍ਰਕਿਰਤੀ ਵਿੱਚ, ਪੂਰੇ ਬ੍ਰਹਿਮੰਡ ਵਿੱਚ ਸਿਰਫ ਇੱਕ ਮਨੁੱਖ ਹੈ ਜਿਹੜਾ ਸਟੋਰੇਜ ਕਰਦਾ ਹੈ। ਕੋਈ ਕੀੜਾ ਨਹੀਂ ਕਰਦਾ, ਕੋਈ ਪੰਛੀ ਨਹੀਂ ਕਰਦਾ, ਕੋਈ ਜਾਨਵਰ ਨਹੀਂ ਕਰਦਾ। ਹਾਂਜੀ। ਰਹਿ ਸਦੀਵ ਈਰਖਾ ਮਨ ਮੈਂ, ਜਾਂ ਤੇ ਰਹੂ ਮਗਨ ਮੈਂ ਧਨ ਮੈਂ। ਕਹਿਣ ਲੱਗਾ ਜੀ ਮੇਰੇ ਮਨ ਵਿੱਚ ਈਰਖਾ ਰਹਿੰਦੀ ਹੈ। ਈਰਖਾ ਪਤਾ ਕਿਉਂ ਹੁੰਦੀ ਹੈ? ਈਰਖਾ ਕੀ ਚੀਜ਼ ਹੈ ਭਲਾ? ਇਹ ਪਰਸਨੈਲਿਟੀ ਕ੍ਰੈਸ਼ ਹੈ। ਅਮੀਰ ਗਰੀਬ ਨਾਲ ਕਦੇ ਈਰਖਾ ਨਹੀਂ ਕਰਦਾ, ਪਤਾ ਤੁਹਾਨੂੰ? ਗਰੀਬ ਨੂੰ ਅਮੀਰ ਨਾਲ ਕੋਈ ਈਰਖਾ ਨਹੀਂ ਜੇ ਨਾ। ਗਰੀਬ ਨੂੰ ਪਤਾ ਮੈਂ ਅਮੀਰ ਹੋਣਾ ਹੀ ਨਹੀਂ। ਈਰਖਾ ਜਿਹੜੀ ਇਹ ਬਰਾਬਰਤਾ ਦੀ ਹੈ। ਜਦੋਂ ਤੁਹਾਨੂੰ ਇਹ ਲੱਗੇ ਵੀ ਇਹ ਮੇਰੇ ਬਰਾਬਰ ਕਿਵੇਂ ਹੋ ਗਿਆ, ਜਾਂ ਤੁਹਾਨੂੰ ਲੱਗੇ ਵੀ ਇਹ ਮੇਰੇ ਬਰਾਬਰ ਨਾ ਹੋ ਜਾਏ, ਉੱਥੋਂ ਵੈਰ ਸ਼ੁਰੂ ਹੋ ਜਾਂਦਾ ਹੈ। ਕਾਰੂ ਕਹਿਣ ਲੱਗਾ ਜੀ ਮੇਰੇ ਮਨ ਵਿੱਚ ਈਰਖਾ ਰਹਿੰਦੀ ਹੈ। ਪਹਿਲੀ ਗੱਲ, ਜਾਂ ਤੇ ਰਹੋ ਮਗਨ ਮੈਂ ਧਨ ਮੈਂ, ਇਸੇ ਕਰਕੇ ਮੇਰੀ ਸੁਰਤ ਧਨ ਵਿੱਚ ਰਹਿੰਦੀ ਵੀ ਸਾਰਿਆਂ ਦਾ ਹੀ ਖੋਲੋ, ਬਰਾਬਰੀ ਕਰੇ ਹੀ ਕੋਈ ਨਾ। ਆਮ ਜਿਹੜਾ ਸਾਡਾ ਬਰਾਬਰੀ ਦਾ ਜਿਹੜਾ ਪੈਰਾਮੀਟਰ ਉਹ ਕੀ ਹੈ ਵੀ ਜਿੰਨੇ ਪੈਸੇ ਮੇਰੇ ਕੋਲ ਨੇ ਉਨੇ ਤੁਹਾਡੇ ਕੋਲ ਨੇ, ਬਰਾਬਰੀ ਹੈ। ਜੇ ਮੇਰੇ ਕੋਲ ਕਰੋੜਾਂ ਨੇ ਤੁਹਾਡੇ ਕੋਲ ਲੱਖਾਂ ਵੀ ਨਹੀਂ ਹੈਗੇ ਤੇ ਕਾਹਦੀ ਬਰਾਬਰੀ ਹੈ? ਕੁਝ ਵੀ ਨਹੀਂ। ਸਾਡੀ, ਮੈਨੂੰ ਖਿਮਾ ਕਰਨਾ, ਸਾਡੀ ਤੇ ਅਕਲ ਵੀ ਇਹਦੇ ਤੇ ਰੁਕੀ ਹੋਈ ਹੈ। ਜਿਹਨੇ ਬਹੁਤਾ ਪੈਸਾ ਇਕੱਠਾ ਕਰ ਲਿਆ ਕਹਿੰਦੇ ਬੱਲੇ ਬੱਲੇ ਬੜਾ ਸਿਆਣਾ ਆਦਮੀ ਹੈ, ਤੇ ਜਿਹਨੇ ਨਹੀਂ ਇਕੱਠਾ ਕੀਤਾ ਕਹਿੰਦੇ ਪੜ੍ਹ ਲਿਖ ਤੇ ਗਿਆ ਪਰ ਮੂਰਖ, ਰੁਪਈਏ 4 ਨਹੀਂ ਇਕੱਠੇ ਕਰ ਪਾਇਆ। ਸਾਡੀ ਅਕਲ ਦੀ ਜਿਹੜੀ ਗਿਣਤੀ ਮਿਣਤੀ ਹੈ ਉਹ ਵੀ ਪੈਸੇ ਨਾਲ ਹੈ। ਪਦਵੀ ਦੀ ਵੀ ਇਦਾਂ ਹੀ ਹੈ। ਸਵਾਲ ਇਹ ਨਹੀਂ ਕਿ ਬੰਦਾ ਮੰਤਰੀ ਹੈ, ਸਵਾਲ ਇਹ ਵੀ ਉਹਨੇ ਇਕੱਠੇ ਕਿੰਨੇ ਕੀਤੇ ਨੇ। ਜੇ ਮੰਤਰੀ ਹੋ ਕੇ ਵੀ ਇਕੱਠੇ ਨਹੀਂ ਕੀਤੇ ਕਹਿੰਦੇ ਮੂਰਖ ਨੂੰ ਮੌਕਾ ਤੇ ਮਿਲਿਆ ਪਰ ਕਮਲਾ ਹੀ ਨਿਕਲਿਆ। ਚਾਹੁੰਦਾ ਤੇ ਕਈ ਪੁਸ਼ਤਾਂ ਦੀਆਂ ਰੋਟੀਆਂ ਇਕੱਠੀਆਂ ਕਰ ਦਿੰਦਾ। ਸਾਡਾ ਪੈਰਾਮੀਟਰ ਹੀ ਪੈਸਾ ਹੈ ਬਸ। ਇਸੇ ਕਰਕੇ ਕਾਰੂ ਬਾਦਸ਼ਾਹ ਨੇ ਕਬਰਾਂ ਤੱਕ ਰੁਪਈਏ ਬਾਹਰ ਕੱਢ ਲਏ ਵੀ ਨਾ ਕਿਸੇ ਕੋਲ ਹੋਵੇ ਤੇ ਨਾ ਹੀ ਮੇਰੀ ਕੋਈ ਬਰਾਬਰੀ ਕਰੇ। ਕਿਸ ਬਿਦ ਲੋਭ ਨ ਮਨ ਤੇ ਜਾਏ, ਕਿਉਂ ਕਰ ਜਾਨੋ ਗੈਲ ਖੁਦਾਏ। ਇਸੇ ਕਰਕੇ ਮੇਰੇ ਮਨ ਤੋਂ ਲੋਭ ਨਹੀਂ ਜਾਂਦਾ, ਇਸੇ ਕਰਕੇ ਮੈਂ ਖੁਦਾ ਦੇ ਰਸਤੇ ਨਹੀਂ ਤੁਰ ਪਾ ਰਿਹਾ। ਇਹ ਲੋਭ, ਇਹ ਈਰਖਾ, ਇਹਨੇ ਤੁਹਾਨੂੰ ਰੱਬ ਦੇ ਰਾਹ ਨਹੀਂ ਜੇ ਤੁਰਨ ਦੇਣਾ। ਲਿਖਿਆ ਸਭ ਕੁਝ ਸਤਿਗੁਰੂ ਦੀ ਬਾਣੀ ਚ, ਕੋਈ ਪੜ੍ਹੇ ਤੇ ਤਾਂ ਹੀ ਹੈ ਨਾ ਕਿ ਜਿਸ ਕੈ ਅੰਤਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ। ਪੜੋ ਜਿੰਨੇ ਮਰਜੀ ਸੁਖਮਨੀ ਸਾਹਿਬ ਪੜੋ, ਜਿੰਨੇ ਮਰਜੀ ਸੇਵਾ ਕਰ ਲਓ ਤੁਸੀਂ। ਅਗਰ ਤੁਹਾਡੇ ਮਨ ਵਿੱਚ ਈਰਖਾ ਹੈ, ਦੂਜੇ ਦੇ ਪ੍ਰਤੀ ਵੈਰ ਵਿਰੋਧ ਹੈ, ਤੁਹਾਡਾ ਭਲਾ ਕਦੇ ਨਹੀਂ ਹੋ ਸਕਦਾ। ਹੁਣ ਵੈਰ ਵਿਰੋਧ ਕਰਦਾ ਕੀ ਹੈ? ਵੈਰ ਵਿਰੋਧ ਵਿੱਚ ਕੀ ਹੁੰਦਾ? ਈਰਖਾ, ਕ੍ਰੋਧ, ਗੁੱਸਾ। ਸਤਿਗੁਰੂ ਦੀ ਬਾਣੀ ਚ ਲਿਖਿਆ ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜੋ ਕੰਚਨ ਸੁਹਾਗਾ ਢਲ ਹੈ। ਕ੍ਰੋਧ ਨੇ ਤੁਹਾਡੇ ਸਰੀਰ ਨੂੰ ਇਵੇਂ ਗਾਲਣਾ ਹੈ ਜਿਵੇਂ ਸੋਨੇ ਨੂੰ ਸੁਹਾਗਾ ਢਾਲ ਦਿੰਦਾ ਹੈ। ਜਿਹੜਾ ਕ੍ਰੋਧਿਤ ਆਦਮੀ ਹੈ, ਜਿਹਦਾ ਬੀਪੀ ਹਾਈ ਰਹਿੰਦਾ ਹੈ, ਤੁਹਾਨੂੰ ਪਤਾ ਕਿੰਨਾ ਡੇਂਜਰਸ ਹੈ। ਇਸੇ ਕਰਕੇ ਡਾਕਟਰ ਤੁਹਾਨੂੰ ਕਹਿੰਦੇ ਤੁਹਾਡਾ ਬੀਪੀ ਹਾਈ ਨਹੀਂ ਰਹਿਣਾ ਚਾਹੀਦਾ। ਰਵੇ ਭਾਵੇਂ 20 ਸਾਲ ਰਹੀ ਜਾਵੇ, ਪਰ ਜਿੱਦਣ ਇਹ ਡੈਮੇਜ ਕਰਨ ਲੱਗਾ ਨਾ, ਇੱਕ ਇੱਕ ਚੀਜ਼ ਇਹਨੇ ਤੁਹਾਡੀ ਘੰਟਿਆਂ ਵਿੱਚ ਡੈਮੇਜ ਕਰ ਦੇਣੀ ਹੈ। ਫਿਰ ਡਾਕਟਰ ਕਹਿਣਗੇ ਜੀ ਕਿਡਨੀਆਂ ਵੀ ਫੇਲ, ਇਹਦਾ ਜੀ ਇਹ ਵੀ ਫੇਲ, ਇਹਦਾ ਉਹ ਵੀ ਫੇਲ। ਉਹ ਜਦੋਂ ਛੋਟੇ ਹੁੰਦੇ ਸੀ ਇੱਕ ਰਿਜ਼ਲਟ ਸੁਣਾਉਂਦੇ ਹੁੰਦੇ ਸੀ ਮਾਸਟਰ, ਕਰਨੈਲ ਸਿੰਘ ਪੁੱਤਰ ਅਮਰੀਕ ਸਿੰਘ ਫੇਲ। ਤਾਂ ਫਿਰ ਲੋਕ ਹੱਸਦੇ ਹੁੰਦੇ ਸੀ ਵੀ ਕਹਿੰਦੇ ਉਹ ਕਮਲਿਆ ਤੂੰ ਤੇ ਉਹ ਨਾਲ ਪਿਓ ਵੀ ਫੇਲ ਕਰ ਦਿੱਤਾ ਹੀ। ਹੁਣ ਨਹੀਂ ਇਹਦਾ ਰਿਜ਼ਲਟ ਸੁਣਾਉਂਦੇ, ਪਹਿਲਾਂ ਇੱਦਾਂ ਸੁਣਾਉਂਦੇ ਹੁੰਦੇ ਸੀ ਵੀ ਬੱਚੇ ਦਾ ਨਾਂ ਲੈਣਾ, ਫਿਰ ਉਹਦੇ ਪਿਓ ਦਾ ਨਾਂ ਲੈਣਾ, ਫਿਰ ਕਹਿਣਾ ਫੇਲ। ਤਾਂ ਫਿਰ ਇੱਕ ਛੇੜ ਬਣ ਜਾਂਦੀ ਸੀ ਪਿੰਡ 'ਚ
ਵੀ ਅਮਕਾ ਸਿਆ ਵੀ ਤੂੰ ਤੇ ਸਕੂਲ ਨਹੀਂ ਵੇਖਿਆ, ਤੇ ਚਲੋ ਕਾਕੇ ਦੇ ਪੈਰਾਂ ਪਿੱਛੇ ਤੂੰ ਵੀ ਫੇਲ ਹੋ ਗਿਆ। ਇਹ ਜਦੋਂ ਬੀਪੀ ਵੱਧਦਾ ਹੈ ਨਾ, ਫਿਰ ਇਹਦੇ ਪੈਰਾਂ ਪਿੱਛੇ ਕਈ ਕੁਝ ਫੇਲ ਹੁੰਦਾ ਹੈ ਫਿਰ। ਤੇ ਬੀਪੀ ਵੱਧਦਾ ਕਿੱਥੋਂ ਹੈ? ਵੱਧਦਾ ਕ੍ਰੋਧ ਤੋਂ ਹੈ। ਵੈਰ ਵਿਰੋਧ ਕਿੱਥੋਂ ਵੱਧਦੇ ਨੇ? ਸਾਰੇ ਈਰਖਾ ਤੋਂ ਵੱਧਦੇ ਨੇ। ਕਾਰੂ ਬਾਦਸ਼ਾਹ ਕਹਿਣ ਲੱਗਾ ਜੀ ਇਸੇ ਕਰਕੇ ਮੈਂ ਖੁਦਾ ਦੇ ਰਸਤੇ ਤੁਰ ਹੀ ਨਹੀਂ ਪਾ ਰਿਹਾ, ਨਹੀਂ ਤੇ ਜਿੰਨੀ ਭੀੜ ਹੈ ਮੰਦਰਾਂ 'ਚ, ਮਸਜਿਦਾਂ ਵਿੱਚ, ਗੁਰਦੁਆਰਿਆਂ 'ਚ, ਤੇ ਦੁਨੀਆ ਹੁਣ ਨੂੰ ਬ੍ਰਹਮ ਗਿਆਨੀ ਨਾ ਹੋ ਜਾਂਦੀ। ਕੋਈ ਵੀ ਨਹੀਂ ਬਣਿਆ, ਕੋਈ ਵੀ ਨਹੀਂ ਬਣਿਆ। ਤੁਸੀਂ ਅੱਜ ਕਿਸੇ ਬੰਦੇ ਦੀ ਮਾੜੀ ਖਬਰ ਕਹੋ, ਸ਼ਾਮ ਨੂੰ ਹਰ ਬੰਦੇ ਨੂੰ ਉਹ ਪਹੁੰਚ ਜਾਏਗੀ, ਕਿਉਂਕਿ ਉਹਦੇ 'ਚੋਂ ਸਾਨੂੰ ਰਸ ਆਉਂਦਾ ਹੈ, ਉਹਦੇ 'ਚ ਸਾਡਾ ਟੇਸਟ ਹੈ। ਮੈਂ ਤਾਂ ਕਈ ਵਾਰੀ ਬੇਨਤੀ ਕੀਤੀ ਹੈ ਵੀ ਕਿਸੇ ਦੇ ਪੁੱਤਰ ਹੋਵੇ, ਕੋਈ ਨਹੀਂ ਕਿਸੇ ਨੂੰ ਦੱਸਦਾ, ਪਰ ਕਿਸੇ ਦਾ ਪੁੱਤਰ ਕੋਈ ਗਲਤ ਕੰਮ ਕਰ ਦੇਵੇ ਤੇ ਰਾਤ ਨੂੰ ਕੋਈ ਨਹੀਂ ਸੌਂਦਾ ਦੱਸੇ ਬਿਨਾ ਵੀ ਤੁਹਾਨੂੰ ਪਤਾ ਹੈ ਉਹਦੇ ਮੁੰਡੇ ਨੇ ਕੀ ਕੀਤਾ ਹੈ। ਉਹਦੇ ਮੁੰਡਾ ਹੋਇਆ ਕਿਸੇ ਨੇ ਦੱਸਿਆ, ਪਰ ਉਹਦੇ ਮੁੰਡੇ ਨੇ ਕੁਝ ਕੀਤਾ ਹੈ ਇਹ ਸਭ ਨੂੰ ਦੱਸਿਆ। ਅਗਰ ਅਸੀਂ ਅੱਛੇ ਇਨਸਾਨ ਹੁੰਦੇ ਤੇ ਸਾਨੂੰ ਪਹਿਲੀ ਖਬਰ ਵੀ ਦੇਣੀ ਚਾਹੀਦੀ ਸੀ ਵੀ ਭਾਈ ਅਮਕੇ ਬੰਦੇ ਨੂੰ ਰੱਬ ਨੇ ਪੁੱਤਰ ਦਿੱਤਾ ਹੈ, ਵਧਾਈ ਹੋਵੇ, ਮਹਾਰਾਜ ਸਾਰਿਆਂ ਨੂੰ ਦਵੇ। ਅਸੀਂ ਨਹੀਂ ਕਹਿੰਦੇ, ਪਰ ਉਹਦੇ ਪੁੱਤਰ ਨੇ ਗਲਤੀ ਕੀਤੀ ਹੈ, ਸਭ ਨੂੰ ਦੱਸਾਂਗੇ। ਪੁੱਛੋ ਵੀ ਇਹ ਤੁਹਾਡੀ ਕਦੋਂ ਡਿਊਟੀ ਲਾਈ ਰੱਬ ਨੇ ਬਈ, ਕਿ ਬੱਚਾ ਮਾੜਾ ਕੰਮ ਕਰੇਗਾ ਤੇ ਤੁਸੀਂ ਨਿਊਜ਼ ਫਲੈਸ਼ ਕਰੋਗੇ, ਪਰ ਜੇ ਕਿਸੇ ਦੇ ਘਰ ਬੱਚਾ ਪੈਦਾ ਹੋਏਗਾ ਤੇ ਤੁਸੀਂ ਕਿਸੇ ਨੂੰ ਵਧਾਈ ਵੀ ਨਹੀਂ ਦਿਓਗੇ। ਦੁਨੀਆ ਇੱਥੇ ਖਲੋਤੀ, ਕਰ ਲੋ ਪਾਠ ਪੂਜਾ ਜਿੰਨੀ ਮਰਜ਼ੀ ਕਰੀ ਜੋ, ਕੀ ਫਾਇਦਾ ਹੈ ਉਹਦਾ? ਈਰਖਾ, ਵੈਰ, ਵਿਰੋਧ, ਕਾਮ, ਕ੍ਰੋਧ। ਕਾਰੂ ਬਾਦਸ਼ਾਹ ਕਹਿਣ ਲੱਗਾ ਜੀ ਮੈਂ ਤੁਰ ਹੀ ਨਹੀਂ ਪਾ ਰਿਹਾ। ਅਸੀਂ ਇੱਕ ਗੱਲ ਸੁਣੀ ਹੈ, ਉਹਨੇ ਜੀ ਰੁਪਈਏ ਕੱਢ ਲਏ ਲੋਕਾਂ ਦੇ ਮੂੰਹ ਚੋਂ। ਕਿਉਂ ਕੱਢੇ ਉਹਨੇ? ਕੱਢਣ ਤੋਂ ਅਸੀਂ ਵੀ ਨਾ ਕਸਰ ਛੱਡੀਏ, ਸਾਡੇ ਪੱਲੇ ਕੁਝ ਨਹੀਂ ਹੈ। ਆ ਹੁਣ ਕਰੋਨਾ ਆਇਆ, ਲੋਕਾਂ ਨੇ ਪੈਸੇ ਨਹੀਂ ਕੱਢੇ ਮੂੰਹ ਚੋਂ। 2 ਪਰਿਵਾਰਾਂ ਨੂੰ ਮੈਂ ਜਾਣਦਾ, 2 ਹਿੰਦੂ ਪਰਿਵਾਰਾਂ ਨੂੰ। ਇੱਕ ਨੇ ਲੱਖ ਰੁਪਏ ਦਾ ਸਿਲੰਡਰ ਵੀ ਖਰੀਦਿਆ, ਮਾਂ ਫਿਰ ਮਰ ਗਈ। ਦੂਜੇ ਨੇ 50,000 ਦਾ ਲੈ ਕੇ ਘਰ ਖੜਾ ਕੀਤਾ ਹੋਇਆ ਹੈ ਕਿ ਸ਼ਾਇਦ ਸਾਨੂੰ ਲੋੜ ਨਾ ਪੈ ਜਾਏ। ਤੇ ਹੋਰ ਮੁਰਦੇ ਦੇ ਮੂੰਹ ਚ ਰੁਪਈਏ ਕਿਵੇਂ ਕੱਢੀ ਦੇ ਨੇ? ਮਤਲਬ ਜ਼ਰੂਰੀ ਵੀ ਕਬਰ ਪੱਟ ਕੇ ਕੱਢਣੇ ਨੇ ਅਸੀਂ? ਕਿਸੇ ਨੇ ਨਹੀਂ ਬਖਸ਼ਿਆ, ਕਿਸੇ ਨੂੰ, ਕਿਸੇ ਨੇ ਕਿਸੇ ਨੂੰ ਨਹੀਂ ਬਖਸ਼ਿਆ। ਜਦੋਂ ਮਹਾਮਾਰੀ ਸੀ ਉਦੋਂ ਵੀ ਲੋਕ ਅਮੀਰ ਹੋਣ ਤੇ ਲੱਗੇ ਹੋਏ ਸੀ। ਰਾਤੋਂ ਰਾਤ ਧਨਾੜ ਹੋਣ ਦੀਆਂ ਉਹਨਾਂ ਲੋਕਾਂ ਨੇ ਕੋਸ਼ਿਸ਼ਾਂ ਕੀਤੀਆਂ। ਤੇ ਫਿਰ ਕਿਹੜੀ ਧਰਤੀ ਦੀ ਗੱਲ ਕਰਦੇ ਆ? ਇਹ ਜੀ ਹਿੰਦੁਸਤਾਨ ਜੀ, ਇਹ ਦੇਵੀ ਦੇਵਤਿਆਂ ਦੀ ਧਰਤੀ ਹੈ। ਉਹ ਕਿੱਥੇ ਨੇ ਦੇਵੀ ਦੇਵਤੇ? ਆ ਸ਼ੈਤਾਨ ਹੀ ਤੁਰੇ ਫਿਰਦੇ ਨੇ ਸਾਰੇ। ਭਲੇ ਲੋਕ ਕਿੱਥੇ ਨੇ? ਬਹੁਤ ਥੋੜੇ ਹੈਗੇ ਨੇ, ਥੋੜੇ ਨੇ, ਹੈਗੇ ਨੇ ਪਰ ਥੋੜੇ ਨੇ। ਹਾਂਜੀ। ਕਿਰਪਾ ਧਾਰ ਅਬ ਕਰੋ ਉਚਾਰਾ, ਨਾਸਹਿ ਮਨ ਕੇ ਸਰਬ ਵਿਕਾਰਾ। ਕਾਰੂ ਬਾਦਸ਼ਾਹ ਕਹਿਣ ਲੱਗਾ ਜੀ ਉਪਦੇਸ਼ ਦਿਓ, ਮੇਰੇ ਮਨ ਦੇ ਵਿਕਾਰ ਚਲੇ ਜਾਣ। ਇਹ ਬੜਾ ਸਿੱਧਾ ਸਿੱਧਾ ਉਪਦੇਸ਼ ਹੈ। ਜਦੋਂ ਵੀ ਕੁਝ ਤੁਸੀਂ ਗ੍ਰਹਿਣ ਕਰੋਗੇ ਤੁਹਾਨੂੰ ਕੁਝ ਛੱਡਣਾ ਪਵੇਗਾ। ਚੰਗੇ ਕੰਮ ਕਰਨ ਲਈ ਮਾੜੇ ਛੱਡਣੇ ਪੈਣਗੇ, ਮਾੜੇ ਕੰਮ ਕਰਨ ਲਈ ਚੰਗੇ ਛੱਡਣੇ ਪੈਣਗੇ। ਹੁਣ ਇੱਕ ਆਦਮੀ ਕਵੇ ਜੀ ਮੈਂ ਰਾਤ ਨੂੰ ਗੁਰਦੁਆਰੇ ਵੀ ਜਾਣਾ ਹੈ ਜੀ, ਸ਼ਰਾਬ ਵੀ ਪੀਣੀ ਹੈ ਜੀ, ਕੀ ਪੋਸੀਬਲ ਹੈ? ਨਾ, ਇੱਕ ਕੰਮ ਹੀ ਹੋਏਗਾ, 2 ਤਾਂ ਨਹੀਂ ਹੋ ਸਕਦੇ, 2 ਨਹੀਂ ਹੋ ਸਕਦੇ। ਚੰਗੇ ਕੰਮ ਕਰੋਗੇ ਤੇ ਮਾੜੇ ਛੁੱਟ ਜਾਣਗੇ, ਮਾੜੇ ਕਰਨ ਲੱਗ ਜਾਓਗੇ ਤੇ ਚੰਗੇ ਮੁੱਕ ਜਾਣਗੇ। ਹੁਣ ਇਹ ਕਹਿਣ ਲੱਗਾ ਮਹਾਰਾਜ ਮੇਰੇ ਤੇ ਕਿਰਪਾ ਕਰੋ ਤਾਂ ਕਿ ਮੇਰੇ ਮਾੜੇ ਕੰਮ ਛੁੱਟ ਜਾਣ। ਹਾਂਜੀ। ਸੁਨ ਸ਼੍ਰੀ ਨਾਨਕ ਗਿਰਾ ਉਚਾਰੀ, ਦੇਨ ਨਸੀਹਤ ਸਭ ਸੁਖਕਾਰੀ। ਇੱਥੇ ਫਿਰ ਸਤਿਗੁਰੂ ਜੀ ਨੇ ਇੱਕ ਨਸੀਹਤਨਾਮਾ ਉਚਾਰਿਆ ਹੈ। ਇਹ ਗੁਰਬਾਣੀ ਨਹੀਂ ਹੈ, ਇਹ ਗੁਰੂ ਗ੍ਰੰਥ ਸਾਹਿਬ 'ਚ ਕਿਤੇ ਨਹੀਂ ਲਿਖਿਆ ਹੋਇਆ, ਇਸੇ ਪੋਥੀ ਵਿੱਚ ਹੀ ਹੈ। ਹਾਂਜੀ। ਤਿਲੰਗ ਮਹੱਲਾ ਪਹਿਲਾ,
ਕੀਚੈ ਨੇਕ ਨਾਮੀ ਜੋ ਦੇਵੈ ਖੁਦਾਏ, ਜੋ ਦੀਸੈ ਜਿਮੀ ਪਰ ਸੋ ਹੋਸੀ ਫਨਾਏ। ਸਤਿਗੁਰੂ ਕਹਿਣ ਲੱਗੇ ਕਾਰੂ ਸੁਣ, ਜੋ ਰੱਬ ਨੇ ਦਿੱਤਾ ਹੈ, ਰੱਬ ਦੇ ਦਿੱਤੇ ਦੇ ਵਿੱਚ ਨੇਕੀ ਕਰਨੀ ਹੈ। ਰੱਬ ਦੇ ਦਿੱਤੇ ਦੇ ਵਿੱਚ ਨੇਕੀ ਕਰਨੀ ਹੈ, ਬਦੀ ਨਹੀਂ ਕਰਨੀ, ਖੁਨਾਮੀ ਨਹੀਂ ਕਰਨੀ। ਜਿਵੇਂ ਅਸੀਂ ਹੁੰਦਾ ਨਾ ਵੀ ਜਿਵੇਂ ਕਿਸੇ ਨੇ ਸਾਨੂੰ ਦੁੱਧ ਦਿੱਤਾ, ਅਸੀਂ ਉਹ 'ਚ ਪਾਣੀ ਪਾ ਲਿਆ, ਇਹ ਕੀ ਹੋਇਆ? ਬੇਈਮਾਨੀ ਹੋ ਗਈ। ਖੁਨਾਮੀ ਕੀ ਹੈ? ਬੇਈਮਾਨੀ। ਰੱਬ ਦੇ ਦਿੱਤੇ ਵਿੱਚ ਬੇਈਮਾਨੀ ਨਹੀਂ ਕਰਨੀ। ਐ ਕਾਰੂ ਸੁਣ, ਕੀਚੈ ਨੇਕ ਨਾਮੀ ਜੋ ਦੇਵੈ ਖੁਦਾਏ, ਜੋ ਦੀਸੈ ਜਿਮੀ ਪਰ ਸੋ ਹੋਸੀ ਫਨਾਏ। ਇਹ ਯਾਦ ਰੱਖੀ, ਜੋ ਧਰਤੀ ਤੇ ਦਿਸਦਾ ਹੈ ਇੱਕ ਦਿਨ ਖਤਮ ਹੋ ਜਾਏਗਾ। ਹਾਂਜੀ। ਦਾਇਮ ਵਾ ਦੌਲਤ ਕਸੈ ਬੇਸੁਮਾਰ, ਨਾ ਰਹੇਂਗੇ ਕਰੋੜੀ ਨਾ ਰਹੇਂਗੇ ਹਜ਼ਾਰ। ਨਾ ਕਰੋੜਾਂ ਵਾਲੇ ਧਰਤੀ ਤੇ ਰਹਿਣਗੇ, ਨਾ ਹਜ਼ਾਰਾਂ ਵਾਲੇ ਧਰਤੀ ਤੇ ਰਹਿਣਗੇ। ਦਾਇਮ ਕੁਛ ਨਹੀਂ ਹੈ। ਦਾਇਮ ਵਾ ਦੌਲਤ ਕਸੇ ਬੇਸ਼ੁਮਾਰ। ਤਾਂ ਕੀ ਹੋਇਆ? ਜੇ ਕਿਸੇ ਨੇ ਬਹੁਤ ਸਾਰਾ ਧਨ ਇਕੱਠਾ ਕਰ ਲਿਆ, ਨਾ ਕਰੋੜਾਂ ਵਾਲਾ ਰਵੇਗਾ ਨਾ ਹਜ਼ਾਰਾਂ ਵਾਲਾ ਰਵੇਗਾ। ਹਾਂਜੀ। ਦਮੜਾ ਤਿਸੀ ਕਾ ਜੋ ਖਰਚੈ ਅਰ ਖਾਏ, ਦੇਵੈ ਦਿਲਾਵੈ ਰਜਾਵੈ ਖੁਦਾਏ। ਪੈਸੇ ਕਿਹਦੇ ਨੇ? ਕਹਿੰਦੇ ਜਿਹੜਾ ਖਰਚ ਲਵੇਗਾ, ਜਿਹੜਾ ਰੱਬ ਦੇ ਨਾਂ ਤੇ ਦੇਵੇਗਾ, ਦਿਲਾਵੇਗਾ, ਅਰਜਾਵੇਗਾ। ਕਾਹਦੇ ਨਾਂ ਤੇ? ਰੱਬ ਦੇ ਨਾਂ ਤੇ। ਅੱਜ ਜਿੰਨੇ ਗੁਰਦੁਆਰਿਆਂ ਦੇ ਲੰਗਰ ਲੱਗਦੇ ਨੇ, ਇਹ ਰੱਬ ਦੇ ਨਾਂ ਤੇ ਲੱਗਦੇ ਨੇ। ਅਗਰ ਰੱਬ ਨੂੰ ਵਿੱਚੋਂ ਬਾਹਰ ਕੱਢ ਦਈਏ ਤੇ ਦੱਸੋ ਬੰਦਾ ਮੇਰਾ ਕੀ ਲੱਗਦਾ? ਅਮੂਮਨ ਅਸੀਂ ਇਹੀ ਪੁੱਛਦੇ ਹਾਂ ਨਾ। ਜੇ ਆਪਾਂ ਇੱਕ ਦੂਜੇ ਨਾਲ ਜਾਣ ਪਛਾਣ ਕੱਢਦੇ ਹਾਂ, ਹਰ ਬੰਦਾ ਪੁੱਛਦਾ ਵੀ ਤੂੰ ਇਹਨੂੰ ਕਿਵੇਂ ਜਾਣਦਾ, ਤੇਰੀ ਇਹਦੇ ਨਾਲ ਕੀ ਸਾਂਝ ਹੈ। ਅਸੀਂ ਕਹਿੰਦੇ ਵੀ ਇਹ ਬੰਦਾ ਮੇਰਾ ਨੋਨ ਹੈ। ਉਹ ਕਹਿੰਦਾ ਦੱਸ ਤੇਰਾ ਨੋਨ ਕਿਵੇਂ ਹੈ? ਉਹ ਕਹਿੰਦਾ ਜੀ ਮੇਰੇ ਪਿੰਡ ਤੋਂ ਹੈ, ਮੇਰੇ ਜ਼ਿਲ੍ਹੇ ਤੋਂ ਹੈ, ਮੇਰੀ ਸਟੇਟ ਤੋਂ ਹੈ, ਜਾਂ ਇਹ ਮੇਰੇ ਧਰਮ ਤੋਂ ਹੈ, ਮੇਰੀ ਕੌਮ ਤੋਂ ਹੈ, ਜਾਂ ਮੇਰੀ ਯੂਨੀਵਰਸਿਟੀ ਮੇਰੇ ਕਾਲਜ ਤੋਂ ਹੈ, ਮੇਰੇ ਹੋਸਟਲ ਤੋਂ ਹੈ, ਜਾਂ ਮੇਰੇ ਆਫਿਸ ਤੋਂ ਹੈ। ਕੋਈ ਨਾ ਕੋਈ ਸਾਂਝ ਤੇ ਕੱਢੋਗੇ ਨਾ ਤੁਸੀਂ। ਪਰ ਲੰਗਰ ਤੇ ਤੁਸੀਂ ਲੈ ਕੇ ਜਾਂਦੇ ਜਿਨ੍ਹਾਂ ਨੂੰ ਜਾਣਦੇ ਵੀ ਨਹੀਂ ਤੁਸੀਂ। ਨਹੀਂ, ਉਹਨਾਂ ਨਾਲ ਵੀ ਸਾਡੀ ਸਾਂਝ ਹੈ ਕਿ ਕੁਦਰਤ ਕੇ ਸਭ ਬੰਦੇ ਉਹ ਰੱਬ ਦੇ ਬੰਦੇ ਨੇ। ਇਸ ਕਰਕੇ ਜਿਹੜਾ ਦੇਣਾ ਲੈਣਾ ਹੈ ਇਹ ਰੱਬ ਦੇ ਨਾਂ ਤੇ ਹੈ। ਇਸੇ ਕਰਕੇ ਰੱਬ ਦਾ ਬੰਦਾ ਜਦੋਂ ਵੇਖਿਆ ਜਾਂਦਾ ਫਿਰ ਜਾਤ ਨਹੀਂ ਪੁੱਛੀ ਜਾਂਦੀ ਉਹਦੀ, ਨਾ ਉਹਦੀ ਕਾਸਟ ਪੁੱਛੀ ਜਾਂਦੀ, ਨਾ ਉਹਦੀ ਕਲਾਸ ਪੁੱਛੀ ਜਾਂਦੀ ਹੈ। ਹਾਂਜੀ। ਹੋਤਾ ਨਾ ਰਾਖੇ ਅਕੇਲਾ ਨਾ ਖਾਏ, ਤਹਿਕੀਕ ਦਿਲ ਦਾਨੀ ਵਹੀ ਪਿਸਤ ਜਾਏ। ਆਖਿਆ ਕਿ ਜੋ ਕੁਝ ਵੀ ਹੈ ਇਹਨੂੰ ਰੱਖੋ ਨਹੀਂ, ਇਕੱਲੇ ਨਾ ਖਾਓ, ਸ਼ੇਅਰ ਕਰੋ ਦੂਜਿਆਂ ਨਾਲ, ਵੰਡ ਛਕੋ। ਤੇ ਜੋ ਕੁਝ ਵੀ ਹੈ ਇਸ ਨੂੰ ਨਿਸ਼ਚਾ ਕਰਕੇ ਜਾਣੋ ਕਿ ਵਹੀ ਪਿਸਤ ਜਾਏ। ਸਵਰਗ ਨੂੰ ਕੌਣ ਜਾਏਗਾ? ਰੱਬ ਦੇ ਘਰ ਨੂੰ ਕੌਣ ਜਾਏਗਾ? ਜਿਹੜਾ ਇਸ ਤਰ੍ਹਾਂ ਦੀ ਨੇਕ ਨਾਮੀ ਕਰੇਗਾ। ਹਾਂਜੀ। ਕੀਚੈ ਤਵੱਜਿਆ ਨਾ ਕੀਚੈ ਗੁਮਾਨ, ਨਾ ਰਹਿਸੀ ਇਹ ਦੁਨੀਆ ਨਾ ਰਹਿਸੀ ਦੀਵਾਨ। ਇਸ ਕਰਕੇ ਆਦਰ ਕਰੋ ਸਭ ਦਾ, ਕਦੇ ਕਿਸੇ ਦਾ ਅਪਮਾਨ ਨਾ ਕਰਨਾ, ਹੰਕਾਰ ਨਹੀਂ ਕਰਨਾ। ਨਾ ਰਹਿਸੀ ਇਹ ਦੁਨੀਆ ਨਾ ਰਹਿਸੀ ਦੀਵਾਨ। ਇਹ ਤਖਤ ਨਹੀਂ ਰਹਿਣੇ, ਇਹ ਦੁਨੀਆ ਵੀ ਨਹੀਂ ਰਹਿਣੀ। ਇਹ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ। ਇਹ ਦੁਨੀਆ ਦਾ ਮੁਕਾਮ ਜਿਹੜਾ ਨਾਸ਼ਵੰਤ ਹੈ, ਇਹ ਯਾਦ ਰੱਖਣਾ। ਜਿੱਥੇ ਮੈਂ ਬੈਠਾ ਕਥਾ ਕਰ ਰਿਹਾ, ਇੱਥੇ ਕਦੇ ਮੇਰੇ ਤੋਂ ਪਹਿਲਾਂ ਕੋਈ ਹੋਰ ਕਰਦਾ ਸੀ, ਅੱਜ ਉਹ ਨਹੀਂ ਹੈਗਾ। ਉਹਦੇ ਤੋਂ ਪਹਿਲਾਂ ਕੋਈ ਹੋਰ ਕਥਾ ਕਰਦਾ ਹੁੰਦਾ ਸੀ, ਉਹ ਵੀ ਨਹੀਂ ਹੈਗਾ। ਜਿੱਥੇ ਤੁਸੀਂ ਬੈਠ ਕੇ ਸੁਣ ਰਹੇ ਹੋ, ਇੱਥੇ ਪਹਿਲਾਂ ਕੋਈ ਹੋਰ ਬੈਠ ਕੇ ਸੁਣਦੇ ਹੁੰਦੇ ਸੀ, ਅੱਜ ਉਹ ਨਹੀਂ ਹੈਗੇ। ਜਿਸ ਆਸਨ ਹਮ ਬੈਠੇ ਕੇਤੇ ਬੈਸ ਗਿਆ। ਜਿਨ੍ਹਾਂ ਘਰਾਂ ਵਿੱਚ ਅੱਜ ਅਸੀਂ ਰਹਿ ਰਹੇ ਹਾਂ, ਇੱਥੇ ਪਹਿਲਾਂ ਕੋਈ ਹੋਰ ਰਹਿੰਦਾ ਹੁੰਦਾ ਸੀ।
ਜਿਹੜੀਆਂ ਜ਼ਮੀਨਾਂ ਅਸੀਂ ਅੱਜ ਵਾਹੁੰਦੇ ਆ, ਇਹ ਪਹਿਲਾਂ ਜ਼ਮੀਨਾਂ ਕੋਈ ਹੋਰ ਵਾਹੁੰਦਾ ਸੀ। ਜਿਨ੍ਹਾਂ ਦੁਕਾਨਾਂ ਦੇ ਅਸੀਂ ਅੱਜ ਮਾਲਕ ਆ, ਪਹਿਲਾਂ ਇਹਨਾਂ ਦੁਕਾਨਾਂ ਦੇ ਮਾਲਕ ਕੋਈ ਹੋਰ ਹੁੰਦੇ ਸੀ। ਹੋਰ ਦਾ ਮਤਲਬ ਇਹ ਜ਼ਰੂਰੀ ਨਹੀਂ ਕਿ ਜੇ ਆਪਾਂ ਹਿੰਦੂ ਦੀ ਗੱਲ ਕਰੀਏ ਤੇ ਮੁਸਲਮਾਨ ਆਏਗਾ, ਨਹੀਂ। ਘਰ ਵਿੱਚ ਵੀ ਜਿਹੜੀ ਦੁਕਾਨ ਅੱਜ ਤੁਹਾਡੇ ਨਾਂ ਤੇ ਪਹਿਲਾਂ ਤੁਹਾਡੇ ਫਾਦਰ ਦੇ ਨਾਂ ਤੇ ਹੁੰਦੀ ਸੀ, ਉਸ ਤੋਂ ਪਹਿਲਾਂ ਤੁਹਾਡੇ ਦਾਦੇ ਦੇ ਨਾਂ ਤੇ ਹੁੰਦੀ ਸੀ, ਉਸ ਤੋਂ ਪਹਿਲਾਂ ਤੁਹਾਡੇ ਪੜਦਾਦੇ ਦੇ ਨਾਂ ਤੇ ਹੁੰਦੀ ਸੀ, ਆਪਣੇ ਆਪ ਹੀ ਖਤਮ ਹੁੰਦਾ ਜਾਂਦਾ ਸਭ ਕੁਝ। ਉਹ ਦਿਨ ਦੂਰ ਨਹੀਂ ਜਦੋਂ ਇਹ ਅੱਗੋਂ ਚੀਜ਼ ਤੁਹਾਡੇ ਪੁੱਤਰ ਦੇ ਨਾਂ ਚਲੀ ਜਾਣੀ, ਤੁਹਾਡਾ ਨਾਂ ਵੀ ਵਿੱਚੋਂ ਖਤਮ ਹੋ ਜਾਣਾ। ਆਇਆ ਗਿਆ ਮੂਆ ਨਾਉ, ਆਇਆ ਸੀ ਬੰਦਾ ਚਲਾ ਗਿਆ, ਨਾਂ ਵੀ ਮਰ ਗਿਆ, ਪੇਪਰਾਂ ਚੋਂ ਵੀ ਨਾਂ ਖਤਮ ਹੋ ਜਾਂਦਾ ਹੈ। ਹਾਂਜੀ। ਹਾਥੀ ਵਾ ਘੋੜੈ ਵਾ ਲਸ਼ਕਰ ਹਜ਼ਾਰ, ਹੋਵੈਂਗੇ ਗਰਕ ਕੁਛ ਲਾਗੈ ਨਾ ਬਾਰ। ਭਾਵੇਂ ਹਾਥੀ ਨੇ, ਘੋੜੇ ਨੇ, ਵੱਡੇ ਵੱਡੇ ਹਜ਼ਾਰਾਂ ਦੇ ਲਸ਼ਕਰ ਨੇ, ਸਭ ਸਵਾਹ ਹੋ ਜਾਣਗੇ, ਸਭ ਖਤਮ ਹੋ ਜਾਣਗੇ। ਹਾਂਜੀ। ਦੁਨੀਆ ਕਾ ਦੀਵਾਨਾ ਕਹੈ ਮੁਲਕ ਮੇਰਾ, ਆਈ ਮੌਤ ਸਿਰ ਪਰ ਨਾ ਮੇਰਾ ਨਾ ਤੇਰਾ। ਦੁਨੀਆ ਦਾ ਸਭ ਤੋਂ ਵੱਡਾ ਪਾਗਲ ਉਹ ਇਨਸਾਨ ਹੈ ਜਿਹੜਾ ਕਹਿੰਦਾ ਮੇਰਾ ਮੁਲਕ ਹੈ। ਕਹਿੰਦੇ ਜਦੋਂ ਮੌਤ ਆਈ ਤੇ ਚੇਤਾ ਰੱਖੀ, ਨਾ ਤੇਰਾ ਨਾ ਮੇਰਾ। ਪ੍ਰਾਣੀ ਕਿਆ ਤੇਰਾ ਕਿਆ ਮੇਰਾ, ਕਿਆ ਮੇਰਾ ਕਿਆ ਤੇਰਾ, ਕੀ ਹੈ? ਕੁਛ ਵੀ ਨਹੀਂ। ਜੈਸੇ ਤਰਵਰ ਪੰਖ ਬਸੇਰਾ, ਦਰਖਤ ਦੇ ਉੱਤੇ ਪੰਛੀ ਰਾਤ ਕੱਟਦੇ ਨੇ ਨਾ, ਕਹਿੰਦੇ ਬਸ ਇਦਾਂ ਹੀ ਹੈ, ਰਾਤ ਹੀ ਕੱਟਣੀ ਹੈ, ਸਵੇਰੇ ਉਡਾਰੀ ਮਾਰ ਜਾਣੀ ਹੈ। ਇੱਕ ਆਦਮੀ 100 ਸਾਲ ਜਿਉਂਦਾ ਹੈ, ਬੜੀ ਲੰਬੀ ਉਮਰ ਹੁੰਦੀ ਹੈ, ਉਹਨੂੰ ਬਾਬਾ ਬੋੜ ਕਹਿੰਦੇ ਨੇ, ਸਦੀ। ਪਰ ਕਿੰਨੇ ਆਦਮੀ 100 ਸਾਲ ਜਿਉ ਕੇ ਵੀ ਚਲੇ ਗਏ, ਅੱਜ ਕਿੱਥੇ ਨੇ? ਕਿਤੇ ਵੀ ਨਹੀਂ ਹੈਗੇ। ਜਦੋਂ ਜਿਉਂਦੇ ਸੀ ਉਦੋਂ ਸੀ, ਜਦੋਂ ਚਲੇ ਗਏ ਉਦੋਂ ਖਤਮ ਹੋ ਗਏ। ਔਰ ਐਸੇ ਬੜੇ ਬੜੇ ਲੋਕ ਹੋਣਗੇ ਜਿਨ੍ਹਾਂ 100 ਸਾਲ ਤੋਂ ਵੀ ਲੰਬੀ ਉਮਰ ਭੋਗੀ ਹੈ। ਹਾਂਜੀ। ਕੀਤੀ ਗਈ ਦੇਖ ਵਾਜ ਵਜਾਏ, ਵਹੀ ਇੱਕ ਰਹਿਸੀ ਸੋ ਸਾਚਾ ਖੁਦਾਏ। ਬੜੀ ਦੁਨੀਆ ਆਈ ਆਪਣੇ ਵਾਜੇ ਵਜਾ ਕੇ ਚਲੀ ਗਈ, ਪਰ ਇੱਕ ਰੱਬ ਹੀ ਬਾਕੀ ਹੈ। ਪਹਿਲਾਂ ਵੀ ਸੀ, ਅੱਜ ਵੀ ਹੈ। ਹਾਂਜੀ। ਆਇਆ ਅਕੇਲਾ ਅਕੇਲਾ ਚਲਾਇਆ, ਚਲਤੇ ਵਕਤ ਕੋਈ ਕਾਮ ਨਾ ਆਇਆ। ਇਕੱਲਾ ਬੰਦਾ ਆਇਆ ਸੀ, ਇਕੱਲੇ ਨੂੰ ਚੱਲਣਾ ਪਿਆ, ਜਦੋਂ ਜਾਣ ਦੀ ਵਾਰੀ ਆਈ ਕੋਈ ਕੰਮ ਨਹੀਂ ਆਇਆ। ਹਾਂਜੀ। ਲੇਖਾ ਮੰਗੀਏ ਕਿਆ ਦੀਜੈ ਜਵਾਬ, ਤੋਬਾ ਪੁਕਾਰੈ ਤੋ ਪਾਵੈ ਅਜਾਬ। ਕਹਿੰਦੇ ਜਦੋਂ ਆਦਮੀ ਤੋਬਾ ਕਹਿੰਦਾ ਹੈ ਤੇ ਦੁੱਖ ਪਾਉਂਦਾ ਹੈ। ਲੇਖਾ ਤੇ ਰੱਬ ਨੇ ਮੰਗਣਾ ਹੈ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ। ਰੱਬ ਦੇ ਘਰ ਦੇ ਵਿੱਚ ਨਾ ਸਾਰੀ, ਅੱਜ ਕੱਲ ਤੇ ਬੜਾ ਸੌਖਾ ਜਿਹਾ ਕੰਮ ਹੋ ਗਿਆ। ਅੱਜ ਕੱਲ ਇੱਕ ਨਵੀਂ ਚੀਜ਼ ਹੈ, ਉਹ ਹੈਗੇ ਸੀਸੀ ਕੈਮਰੇ। ਉਹ ਜਿਹੜਾ CCTV, ਉਹ ਕੀ ਹੈ? ਉਹ ਤੁਸੀਂ ਲੰਘ ਗਏ, ਤੁਸੀਂ ਸੋਚਿਆ ਵੀ ਕੁਝ ਵੀ ਨਹੀਂ, ਪਤਾ ਉਦੋਂ ਲੱਗਦਾ ਜਦੋਂ ਮਹੀਨੇ ਦੀ ਰਿਕਾਰਡਿੰਗ ਨਿਕਲ ਆਉਂਦੀ ਹੈ। ਜਦੋਂ ਪਿਛਲੇ ਸਾਲ ਕੋਵਿਡ ਸੀ ਨਾ, ਤੇ ਉਦੋਂ ਮੈਨੂੰ ਪਤਾ ਲੱਗਾ ਵੀ ਉਹ ਤੇ ਕਈ ਹਜ਼ਾਰਾਂ ਦੇ ਚਲਾਨ ਹੀ ਮੇਰੀ ਗੱਡੀ ਤੇ ਚੜੇ ਹੋਏ ਨੇ। ਮੈਂ ਪਤਾ ਕੀਤਾ, ਕਹਿੰਦੇ ਗਿਆਨੀ ਜੀ ਤੁਹਾਨੂੰ ਨਹੀਂ ਪਤਾ ਵੀ ਤੁਹਾਡੇ ਕੋਲੇ ਤੇ ਪਾਸ ਸੀਗਾ, ਤੁਸੀਂ ਇੱਧਰ ਉੱਧਰ ਜਾਂਦੇ ਆਉਂਦੇ ਰਹੇ ਲਾਕਡਾਊਨ 'ਚ ਵੀ। ਉਸ ਸਮੇਂ ਵਿੱਚ ਗੌਰਮੈਂਟ ਨੇ ਸੜਕਾਂ ਤੇ ਕੈਮਰੇ ਲਾ ਦਿੱਤੇ। ਹੁਣ ਜੇ ਤੁਸੀਂ ਕਹਿੰਦੇ ਹੋ ਜੀ ਮੈਂ ਤਾਂ ਗਲਤੀ ਕੀਤੀ ਨਹੀਂ, ਉਹ ਕਹਿੰਦੇ ਜੀ ਫੋਟੋ ਭੇਜ ਦਿੰਦੇ ਆ, ਕੈਮਰੇ ਦੇ ਨਾਲ ਫੋਟੋ ਆਉਂਦੀ ਉਹ ਚਲਾਨ ਦੇ ਨਾਲ। ਚਲੋ ਫਿਰ ਇਹਨਾਂ ਨੇ ਉਹ ਲੋਕ ਅਦਾਲਤਾਂ ਲਾ ਕੇ ਤਕਰੀਬਨ ਸਾਰਿਆਂ ਦੀ ਮਾਫ ਹੋ ਗਏ, ਮੇਰਾ ਵੀ ਮੁੱਕ ਗਿਆ ਕੰਮ। ਪਰ ਹੁਣ ਜਿਵੇਂ ਅੱਜ ਇੱਕ ਕੈਮਰੇ ਦੀ ਇੱਕ ਨਵੀਂ ਤਕਨੀਕ ਸਾਇੰਸ ਨੇ ਦਿੱਤੀ ਹੈ, ਤੇ ਰੱਬ ਨੇ ਤਕਨੀਕ ਤੇ ਕਦੇ ਕਰੋੜਾਂ ਕਰੋੜਾਂ ਸਾਲ ਪਹਿਲਾਂ ਪੈਦਾ ਕਰ ਦਿੱਤੀ। ਕੋਈ ਬੰਦਾ ਆਪਣੇ ਕੀਤੇ ਗੁਨਾਹਾਂ ਤੋਂ, ਕਰਮਾਂ ਤੋਂ ਮੁੱਕਰ ਨਹੀਂ ਸਕਦਾ।
ਉਹਨਾਂ ਕੈਮਰਿਆਂ ਦਾ ਨਾਂ ਪਤਾ ਕੀ ਹੈ? ਚਿੱਤਰਗੁਪਤ ਜਬ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ਟੱਕ ਹੈ। ਪਤਾ ਨਹੀਂ ਕਿੰਨੀ ਕੁ ਮੈਮਰੀ ਹੈ ਉਹਨਾਂ ਦੀ ਬਈ। ਹਰ ਬੰਦੇ ਦਾ ਹਿਸਾਬ ਰੱਖਿਆ ਹੋਇਆ ਉਹਨਾਂ ਨੇ। ਉਹ ਜਦੋਂ ਲੇਖਾ ਰੱਬ ਮੰਗੇਸੀ ਆ, ਲੇਖਾ ਰੱਬ ਦਾ ਤਾਂ ਹੀ ਹੈ ਨਾ ਜੇ ਕੋਈ ਉੱਥੇ ਕੋਈ ਵਹੀ ਖਾਤਾ ਹੋਏਗਾ, ਕੋਈ ਤੁਹਾਡਾ ਅਕਾਊਂਟ ਹੋਏਗਾ, ਕੋਈ ਤੁਹਾਡੀ ਫਾਈਲ ਹੋਏਗੀ, ਕੋਈ ਤੁਹਾਡੇ ਉੱਥੇ ਕੋਈ 4 ਪੇਪਰ ਲੱਗੇ ਹੋਣਗੇ, ਤੇ ਤਾਂ ਹੀ ਪੁੱਛਣਗੇ ਨਾ ਵੀ ਆਹ ਕੰਮ ਤੂੰ ਕੀਤੇ ਕਿਸੇ ਹੋਰ ਨੇ ਕੀਤੇ ਨੇ ਬਈ। ਇਹ ਅੱਜ ਦੇ ਵਿਗਿਆਨ ਨੇ ਥੋੜੀ ਜੀ ਗੱਲ ਸਮਝਣੀ ਸੌਖੀ ਕਰ ਦਿੱਤੀ ਹੈ ਸਾਨੂੰ, ਕਿ ਜਿਵੇਂ ਅੱਜ ਪਤਾ ਲੱਗਦਾ ਹੈ ਟੀਵੀ ਫੁਟੇਜ ਦੇ ਵਿੱਚੋਂ, ਕੈਮਰੇ ਦੀ ਫੁਟੇਜ ਚੋਂ ਪਤਾ ਲੱਗ ਜਾਂਦਾ ਹੈ, ਤੇ ਸਤਿਗੁਰੂ ਕਹਿੰਦੇ ਭਾਈ ਤੇਰੀ ਤੇ ਪਰਮਾਨੈਂਟ ਕੈਮਰੇ ਫਿੱਟ ਨੇ। ਉਹ ਸਦ ਸੁਣਦਾ, ਸਦ ਵੇਖਦਾ, ਰੱਬ ਤੇਰੇ ਨਾਲ ਹੈ, ਹਰ ਵਕਤ ਤੂੰ ਉਹਦੀ ਨਜ਼ਰ ਵਿੱਚ ਹੈ, ਉਹਦੀ ਨਿਗਰਾਨੀ ਵਿੱਚ ਹੈ। ਹਾਂਜੀ। ਦੁਨੀਆ ਪਰ ਕੀਆ ਜੋਰ ਦਮੜਾ ਕਮਾਇਆ, ਖਾਇਆ ਹੰਡਾਇਆ ਅਜਾਈ ਗਵਾਇਆ। ਬੜਾ ਬੰਦੇ ਨੇ ਜ਼ੁਲਮ ਕੀਤਾ, ਪੈਸੇ ਇਕੱਠੇ ਕੀਤੇ, ਫਿਰ ਕੀ ਕੀਤਾ? ਉਜਾੜ ਦਿੱਤੇ। ਕੁਝ ਖਾ ਲਏ, ਕੁਝ ਹੰਡਾ ਲਏ, ਕੁਝ ਖਰਚ ਲਏ। ਹਾਂਜੀ। ਆਖਰ ਪਛੋਤਾਣਾ ਕਰੇ ਹਾਏ ਹਾਏ, ਦਰਗੇ ਗਿਆ ਸੋ ਪਾਵੈ ਸਜਾਏ। ਜਦੋਂ ਰੱਬ ਦੀ ਦਰਗਾਹ ਵਿੱਚ ਗਿਆ ਤੇ ਰੱਬ ਨੇ ਕਿਹਾ ਵੀ ਦੱਸ ਇਕੱਠੇ ਕਿਵੇਂ ਕੀਤੇ ਸੀ? ਤੁਹਾਨੂੰ ਪਤਾ ਹੈ ਬੰਦੇ ਦੇ ਨਾਲ ਕੀ ਜਾਂਦਾ ਹੈ? ਬੰਦੇ ਦੇ ਨਾਲ ਪੈਸਾ ਨਹੀਂ ਜਾਂਦਾ। ਮੰਨ ਲਓ ਆਪਾਂ ਬਾਜ਼ਾਰ ਗਏ, ਦੁਕਾਨ ਤੇ ਗਿਆ, ਅੱਜ ਕੱਲ੍ਹ ਉਹ ਪੰਜਾਬ ਦੇ ਕਈ ਪੁਲਿਸ ਵਾਲਿਆਂ ਦੀ ਨਾ ਬੜੀਆਂ ਵੀਡੀਓ ਘੁੰਮਦੀਆਂ ਨੇ, ਕੋਈ ਆਟਾ, ਕੋਈ ਆਂਡੇ ਚੁੱਕੀ ਜਾਂਦਾ ਹੈ, ਕੋਈ ਕਿਸੇ ਦੇ ਕੋਈ ਹੋਰ ਚੀਜ਼ ਚੁੱਕੀ ਜਾਂਦਾ ਹੈ। ਉਹ ਅੱਜ ਕੱਲ੍ਹ ਬੜਾ ਵਾਇਰਲ ਹੋ ਰਿਹਾ ਹੈ। ਹੁਣ ਉਹਦੇ ਨਾਲ ਕੀ ਹੁੰਦਾ ਹੈ? ਆਪਾਂ ਬਾਜ਼ਾਰ ਗਏ, ਆਪਾਂ ਉੱਥੋਂ ਦੁਕਾਨ ਤੋਂ ਚੀਜ਼ ਚੋਰੀ ਕਰ ਲਈ। ਮੰਨ ਲਓ ਸੁਨਿਆਰੇ ਦੀ ਦੁਕਾਨ ਤੇ ਗਏ, ਹੀਰਾ ਚੋਰੀ ਕਰ ਲਿਆ। ਹੁਣ ਕੀ ਹੋਇਆ? ਬੰਦਾ ਮਰ ਗਿਆ। ਹੀਰਾ ਕਿੱਥੇ ਹੈ? ਹੀਰਾ ਘਰ ਦੀ ਤਿਜੋਰੀ 'ਚ। ਬੰਦਾ ਕਿੱਥੇ ਹੈ? ਉਹ ਰੱਬ ਦੇ ਕੋਲ ਹੈ। ਜਿਹੜੀ ਚੋਰੀ ਕੀਤੀ ਚੀਜ਼ ਉਹ ਇੱਥੇ ਰਹਿ ਗਈ, ਤੇ ਜਿਹੜਾ ਚੋਰੀ ਦਾ ਕਰਮ ਸੀ ਉਹ ਨਾਲ ਚਲਾ ਗਿਆ। ਰੱਬ ਕਹਿੰਦਾ ਵੀ ਹਿਸਾਬ ਕਿਤਾਬ ਦੇ। ਤੁਹਾਨੂੰ ਬੰਦਾ ਅੱਗੋਂ ਕਵੇ ਜੀ ਉਹ ਮੇਰੇ ਘਰੇ ਪਿਆ ਚੁੱਕ ਲਓ ਜਾ ਕੇ, ਉਹ ਰੱਬ ਕਹੂਗਾ ਮੇਰੇ ਕਿਹੜੇ ਕੰਮ ਹੈ ਬਈ? ਉਹ ਕਹਿੰਦਾ ਜੀ ਮੇਰੇ ਹੁਣ ਕਿਹੜੇ ਕੰਮ ਹੈ? ਭਾਵ ਇਹ ਹੈ ਕਿ ਪਹਿਲਾਂ ਹੀਰਾ ਸੁਨਿਆਰੇ ਕੋਲ ਸੀ, ਫਿਰ ਘਰਦਿਆਂ ਕੋਲ ਚਲਾ ਗਿਆ, ਪਰ ਜਿਹੜੀ ਚੋਰੀ ਤੁਸੀਂ ਕੀਤੀ ਉਹ ਕਰਮ ਤੁਹਾਡੇ ਨਾਲ ਚਲਾ ਗਿਆ। ਕਰਮ ਦਾ ਲੇਖਾ ਤੁਹਾਨੂੰ ਦੇਣਾ ਪਏਗਾ। ਇਹ ਚੰਗਿਆਈਆਂ ਬੁਰਾਈਆਂ ਜਿਹੜੀਆਂ ਨੇ ਇਹ ਤੁਹਾਡੇ ਨਾਲ ਜਾਣੀਆਂ ਨੇ। ਹਾਂਜੀ। ਲਾਨਤ ਹੈ ਤੈਂ ਕੂ ਅਰ ਤੈਂਡੀ ਕਮਾਈ, ਦਗੇਬਾਜੀ ਕਰ ਕਰ ਦੁਨੀ ਲੂਟ ਖਾਈ। ਸਤਿਗੁਰੂ ਕਹਿੰਦੇ ਲਾਹਨਤ ਹੈ ਤੇਰੀ ਕਮਾਈ ਦੇ, ਦੁਨੀਆ ਲੁੱਟ ਲੁੱਟ ਕੇ ਤੂੰ ਆਪਣੇ 45 ਗੰਜ ਖਜ਼ਾਨਾ ਇਕੱਠਾ ਕਰ ਲਿਆ। ਹਾਂਜੀ। ਪੀਏ ਪਿਆਲੇ ਔਰ ਖਾਏ ਕਬਾਬ, ਦੇਖੋ ਰੇ ਲੋਕੋ ਸੋ ਹੋਤੈ ਖਰਾਬ। ਸ਼ਰਾਬ ਪੀ ਲਈ, ਮੀਟ ਖਾ ਲਿਆ ਤੇ ਲੋਕਾਂ ਦੇ ਵਹਿੰਦਿਆਂ ਇਹ ਸਾਰਾ ਕੁਝ ਦੇਖੋ ਰੇ ਲੋਕੋ ਜੋ ਹੋਤੇ ਖਰਾਬ। ਏਦਾਂ ਦੁਨੀਆ ਬਰਬਾਦ ਹੁੰਦੀ ਹੈ। ਹਾਂਜੀ। ਜਿਸ ਕਾ ਤੂੰ ਬੰਦਾ ਤਿਸੀ ਕਾ ਸਵਾਰਿਆ, ਦੁਨੀਆ ਕੇ ਲਾਲਚ ਤੈਂ ਸਾਹਿਬ ਵਸਾਰਿਆ। ਜਿਸ ਰੱਬ ਦਾ ਬੰਦਾ ਸੀ ਉਹਨੇ ਤੈਨੂੰ ਸਵਾਰ ਕੇ ਭੇਜਿਆ ਸੀ, ਪਰ ਦੁਨੀਆ ਦੇ ਲਾਲਚ ਵਿੱਚ ਤੂੰ ਰੱਬ ਭੁਲਾ ਦਿੱਤਾ। ਹਾਂਜੀ। ਨਾ ਕੀਤੀ ਇਬਾਦਤ ਨਾ ਰਾਖਿਓ ਈਮਾਨ, ਨਾ ਕੀਤੀ ਹਕੂਮਤ ਪੁਕਾਰੇ ਜਹਾਨ। ਰੱਬ ਦੀ ਇਬਾਦਤ ਨਹੀਂ ਕੀਤੀ, ਤੂੰ ਆਪਣਾ ਧਰਮ ਨਹੀਂ ਰੱਖਿਆ। ਲੋਕ ਤੇਰੇ ਦਰ ਤੇ ਪੁਕਾਰ ਕਰਨ ਆਉਂਦੇ ਸੀ, ਤੂੰ ਕਿਸੇ ਨਾਲ ਇਨਸਾਫ ਨਹੀਂ ਕੀਤਾ। ਹਾਂਜੀ। ਅੰਦਰ ਮਹਿਲਾ ਕੇ ਬੈਠੋ ਤੂੰ ਜਾਏ, ਹਰਮਾ ਸਿਉ ਖੇਲੋ ਖੁਸ਼ਬੋਹੀ ਹਵਾਏ। ਤੂੰ ਮਹਿਲਾਂ ਵਿੱਚ ਜਾ ਕੇ ਬਹਿ ਗਿਆ, ਹਰਮਾਂ ਵਿੱਚ ਬਹਿ ਗਿਆ, ਰਾਣੀਆਂ ਦੇ ਨਾਲ ਤੂੰ ਪਰਚਾਵੇ ਕਰਦਾ ਆਪਣਾ ਜੀਵਨ ਗਵਾ ਲਿਆ। ਨਾ ਪੁੱਛੇ ਨਾ ਬੂਝੇ ਸੋ ਬਾਹਰ ਕਿਆ ਹੋਏ, ਹਰਾਮੀ ਗਰੀਬਾਂ ਨੂੰ ਮਾਰੇ ਵਗੋਏ। ਸਤਿਗੁਰੂ ਕਹਿੰਦੇ ਬਾਹਰ ਪੁੱਛਿਆ ਹੀ ਨਹੀਂ ਦੁਨੀਆ 'ਚ ਕੀ ਹੋ ਰਿਹਾ ਹੈ। ਇਤਨੀ ਹਰਾਮਗੀ ਕਿ ਦੁਨੀਆ ਤੜਫ ਤੜਫ ਕੇ ਮਰ ਗਈ, ਪਰ ਕਿਸੇ ਨੂੰ ਤੁਸੀਂ ਉਹ ਮਦਦ ਨਹੀਂ ਕੀਤੀ, ਇਨਸਾਫ ਨਹੀਂ ਕੀਤਾ, ਕਿਸੇ ਦਾ ਦੁੱਖ ਨਹੀਂ ਵੰਡਾਇਆ, ਕਿਸੇ ਦੀ ਮਦਦ ਨਹੀਂ ਕੀਤੀ। ਇੰਨੇ ਸ਼ਬਦ ਪ੍ਰਵਾਨ ਕਰਨਾ ਅੱਜ ਸਮਾਂ ਸਮਾਪਤ ਹੈ। ਸਤਿਗੁਰੂ ਕਿਰਪਾ ਕਰਨ।
ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।